ਅੱਜ ਆਓ ਅਸੀਂ ਤਰਕਸ਼ੀਲ ਸੋਚ ਦਾ ਮੁੱਲ ਅਤੇ ਮਸੀਹ ਦੇ ਪਿੱਛੇ ਚੱਲਣ ਦਾ ਮੁੱਲ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰੀਏ। ਬਾਈਬਲ ਦੇ ਅਨੁਸਾਰ ਇਸ ਯੁੱਗ ਵਿੱਚ ਪਰਮੇਸ਼ਵਰ ਕੀ ਚਾਹੁੰਦੇ ਹਨ ਕਿ ਅਸੀਂ ਕਿਸ ਨੂੰ ਮਹੱਤਵ ਦਿੰਦੇ ਹਾਂ। ਜਦੋਂ ਲੋਕਾਂ ਨੂੰ ਤਰਕਸ਼ੀਲ ਸੋਚ ਅਤੇ ਮਸੀਹ ਦੇ ਪਿੱਛੇ ਚੱਲਣ ਵਿਚਕਾਰ ਚੋਣ ਕਰਨੀ ਹੁੰਦੀ ਹੈ, ਤਦ ਇਹ ਅਜਿਹਾ ਸਮਾਂ ਹੁੰਦਾ ਹੈ ਜਦੋਂ ਲੋਕ ਨਹੀਂ ਜਾਣਦੇ ਕਿ ਉਹਨਾਂ ਨੂੰ ਕਿਹੜੀ ਚੋਣ ਕਰਨੀ ਚਾਹੀਦੀ ਹੈ। ਇੱਕ ਮਹੱਤਵਪੂਰਨ ਉਦਾਹਰਨ ਰਾਜਾ ਸ਼ਾਉਲ ਦੇ ਸਮੇਂ ਵਿੱਚ ਦਿਖਾਇਆ ਗਿਆ ਸੀ। ਪਰਮੇਸ਼ਵਰ ਨੇ ਇਹ ਕਹਿੰਦੇ ਹੋਏ ਇੱਕ ਨਬੀ ਦੇ ਜ਼ਰੀਏ ਆਪਣਾ ਸੰਦੇਸ਼ ਦਿੱਤਾ, ਸਾਰੇ ਅਮਾਲੇਕੀਆਂ ਅਤੇ ਉਹਨਾਂ ਦੇ ਸਾਰੇ ਪ੍ਰਾਣੀਆਂ ਨੂੰ ਨਸ਼ਟ ਕਰ ਦਿਓ। ਪਰ ਪਰਮੇਸ਼ਵਰ ਦੇ ਹੁਕਮ ਪ੍ਰਾਪਤ ਕਰਨ ਤੋਂ ਬਾਅਦ ਵੀ ਉਸਨੇ ਮੋਟੇ ਪਸ਼ੂਆਂ ਅਤੇ ਲੇਲਿਆਂ ਉੱਤੇ ਕੋਮਲਤਾ ਕੀਤੀ ਜੋ ਦਿਖਣ ਵਿੱਚ ਚੰਗੇ ਸੀ ਅਤੇ ਉਹਨਾਂ ਨੂੰ ਲਿਆਇਆ। ਰਾਜਾ ਸ਼ਾਉਲ ਲਈ ਨਬੀ ਨੂੰ ਬਹੁਤ ਅਫਸੋਸ ਹੋਇਆ। ਪਰਮੇਸ਼ਵਰ ਨੇ ਤੁਹਾਨੂੰ ਜੋ ਹੁਕਮ ਦਿੱਤਾ ਸੀ ਉਸ ਦੇ ਅਨੁਸਾਰ ਸਭ ਕੁਝ ਨਸ਼ਟ ਕਰਨ ਦੀ ਬਜਾਏ ਤੁਸੀਂ ਕੁਝ ਪਸ਼ੂਆਂ ਨੂੰ ਕਿਉਂ ਛੱਡ ਦਿੱਤਾ। ਨਬੀ ਸੈਮੂਅਲ ਕੋਲ ਰਾਜਾ ਸ਼ਾਉਲ ਲਈ ਵੱਡੀ ਚਿੰਤਾ ਸੀ, ਪਰ ਪਰਮੇਸ਼ਵਰ ਨੇ ਕਿਹਾ, ਮੈਂ ਸ਼ਾਉਲ ਨੂੰ ਰਾਜਾ ਹੋਣ ਲਈ ਤੁੱਛ ਜਾਣਿਆ ਹੈ। ਤਰਕਸ਼ੀਲ ਸੋਚ ਦਾ ਮੁੱਲ ਅਤੇ ਪਰਮੇਸ਼ਵਰ ਦੇ ਪਿੱਛੇ ਚੱਲਣ ਦਾ ਮੁੱਲ। ਜਦੋਂ ਦੋ ਕਦਰਾਂ ਕੀਮਤਾਂ ਵਿੱਚ ਟਕਰਾ ਹੋਇਆ, ਤਦ ਰਾਜਾ ਸ਼ਾਉਲ ਨੇ ਆਪਣੀ ਤਰਕਸ਼ੀਲ ਸੋਚ ਨੂੰ ਜ਼ਿਆਦਾ ਕੀਮਤੀ ਮੰਨਿਆ। ਜਿਵੇਂ ਕਿ ਅਸੀਂ ਵਿਸ਼ਵਾਸ ਦੇ ਰਾਹ ਤੇ ਚੱਲਦੇ ਹਾਂ, ਅਸੀਂ ਲੋਕਾਂ ਦੇ ਦੋ ਸਮੂਹ ਪਾ ਸਕਦੇ ਹਾਂ, ਉਹ ਜੋ ਤਰਕਸ਼ੀਲ ਸੋਚ ਨੂੰ ਮਹੱਤਵ ਦਿੰਦੇ ਹਨ ਅਤੇ ਉਹ ਜੋ ਪਰਮੇਸ਼ਵਰ ਦੀ ਮਰਜ਼ੀ ਨੂੰ ਮਹੱਤਵ ਦਿੰਦੇ ਹਨ। ਜਦੋਂ ਕੁਝ ਤਰਕਸ਼ੀਲ ਲੱਗਦਾ ਹੈ ਤਦ ਇਹ ਅਜਿਹੀ ਚੀਜ਼ ਹੈ ਜਿਸ ਤੋਂ ਹਰ ਕੋਈ ਸਹਿਮਤ ਹੋ ਸਕਦਾ ਹੈ। ਜਦੋਂ ਸ਼ਾਉਲ ਨੇ ਸੋਚਿਆ ਇਹ ਬਹੁਤ ਚੰਗਾ ਹੋਵੇਗਾ ਜੇਕਰ ਮੈਂ ਇਸ ਨੂੰ ਇਸ ਤਰ੍ਹਾਂ ਕਰਾਂ, ਫਿਰ ਉਹ ਗਲਤੀ ਕਰਨ ਲੱਗਿਆ। ਪਰਮੇਸ਼ਵਰ ਨੇ ਕਿਹਾ ਕੁਝ ਵੀ ਨਾ ਛੱਡਣਾ, ਪਰ ਉਹਨਾਂ ਸਾਰਿਆਂ ਨੂੰ ਨਸ਼ਟ ਕਰ ਦੇਣਾ। ਪਰ ਲੋਕਾਂ ਨੇ ਕਿਹਾ ਕਿ ਇਹ ਵਧੀਆ ਨਹੀਂ ਹੋਵੇਗਾ ਜੇਕਰ ਅਸੀਂ ਕਿਸੇ ਉੱਤੇ ਕੋਮਲਤਾ ਕਰੀਏ ਅਤੇ ਉਹਨਾਂ ਨੂੰ ਪਰਮੇਸ਼ਵਰ ਲਈ ਬਲੀਦਾਨ ਚੜਾਈਏ। ਜਦੋਂ ਸ਼ਾਉਲ ਨੇ ਸੁਣਿਆ ਕਿ ਉਹਨਾਂ ਸਾਰਿਆਂ ਨੂੰ ਨਸ਼ਟ ਕਰਨ ਦੀ ਬਜਾਏ ਕਿਸੇ ਉੱਤੇ ਕੋਮਲਤਾ ਕਰਨਾ ਚੰਗਾ ਹੋਵੇਗਾ, ਫਿਰ ਇਹ ਉਦੋਂ ਹੋਇਆ ਜਦੋਂ ਉਸਨੇ ਮਨੁੱਖੀ ਤਰਕ ਨੂੰ ਜ਼ਿਆਦਾ ਕੀਮਤੀ ਸਮਝਿਆ। ਤਦ ਉਸਨੇ ਕੀ ਕੀਤਾ? ਉਸਨੇ ਪਰਮੇਸ਼ਵਰ ਦੇ ਵਚਨ ਦੇ ਮੁੱਲ ਨੂੰ ਅਣਡਿੱਠਾ ਕਰ ਦਿੱਤਾ। ਇਹ ਕੁਝ ਅਜਿਹਾ ਹੈ ਜੋ ਸਾਡੀ ਖੁਸ਼ਖਬਰੀ ਦੇ ਰਾਹ ਉੱਤੇ ਚੱਲਦੇ ਹੋਏ ਅਕਸਰ ਹੁੰਦਾ ਹੈ। ਜਦੋਂ ਅਸੀਂ ਰਾਜਾ ਸ਼ਾਉਲ ਵਾਂਗ ਇੱਕ ਚੌਰਾਹੇ ਉੱਤੇ ਖੜੇ ਹਾਂ, ਫਿਰ ਕੀ ਸਾਨੂੰ ਸਿਰਫ ਆਪਣੇ ਤਰਕਸ਼ੀਲ ਤਰੀਕੇ ਦਾ ਪਿੱਛਾ ਕਰਨਾ ਚਾਹੀਦਾ ਹੈ, ਜਾਂ ਕਿ ਸਾਨੂੰ ਪਰਮੇਸ਼ਵਰ ਦੇ ਹੁਕਮ ਦਾ ਪਾਲਨ ਕਰਨਾ ਚਾਹੀਦਾ ਹੈ, ਭਾਵੇਂ ਇਹ ਘੱਟ ਤਰਕਸ਼ੀਲ ਲੱਗੇ। ਬਾਈਬਲ ਸਿਖਾਉਂਦੀ ਹੈ ਕਿ ਮਸੀਹ ਦੇ ਰਾਹ ਦਾ ਪਾਲਨ ਕਰਨਾ ਆਗਿਆਕਾਰਿਤਾ ਦਾ ਅਭਿਆਸ ਕਰਨਾ ਹੈ, ਪਰ ਇਸ ਦੀ ਬਜਾਏ ਲੋਕ ਹਮੇਸ਼ਾ ਆਪਣੀਆਂ ਤਰਕਸ਼ੀਲ ਚੋਣਾਂ ਦਾ ਪਿੱਛਾ ਕਰਦੇ ਹਨ। ਇਸ ਕਰਕੇ ਜਦ ਵੀ ਪਰਮੇਸ਼ਵਰ ਦਾ ਵਚਨ ਦਿੱਤਾ ਜਾਂਦਾ ਹੈ, ਲੋਕ ਪਰਮੇਸ਼ਵਰ ਦੇ ਵਚਨ ਨੂੰ ਅਸਵੀਕਾਰ ਕਰਦੇ ਹੋਏ ਆਪਣੇ ਤਰਕ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। ਇਹ ਪੱਕੇ ਤੌਰ ਤੇ ਅਜਿਹਾ ਨਤੀਜਾ ਲਿਆਵੇਗਾ ਜਿਵੇਂ ਕਿ ਪਹਿਲਾ ਸੈਮੂਅਲ ਅਧਿਆਇ 15 ਵਿੱਚ ਦਿਖਾਇਆ ਗਿਆ ਹੈ। ਸਾਡੇ ਵਿਸ਼ਵਾਸ ਦੇ ਰਾਹ ਉੱਤੇ ਚੱਲਦੇ ਹੋਏ, ਭਾਵੇਂ ਵਿਅਕਤੀਗਤ ਰੂਪ ਨਾਲ ਜਾਂ ਇੱਕ ਚਰਚ ਦੇ ਰੂਪ ਵਿੱਚ, ਜਦ ਵੀ ਅਸੀਂ ਕੋਈ ਫੈਸਲਾ ਜਾਂ ਚੋਣ ਕਰਦੇ ਹਾਂ, ਤਦ ਸਾਨੂੰ ਕਿਸ ਨੂੰ ਜ਼ਿਆਦਾ ਮਹੱਤਵ ਦੇਣਾ ਚਾਹੀਦਾ ਹੈ? ਤਰਕਸ਼ੀਲ ਹੋਣਾ ਜਾਂ ਪਰਮੇਸ਼ਵਰ ਦੇ ਵਚਨ ਦਾ ਪਾਲਨ ਕਰਨਾ? ਜੇਕਰ ਲੋਕਾਂ ਨੇ ਸ਼ੁਰੂਆਤ ਤੋਂ ਸਿਰਫ ਇਹ ਕਿਹਾ ਹੁੰਦਾ, ਆਓ ਮੋਟੇ ਪਸ਼ੂਆਂ ਅਤੇ ਲੇਲਿਆਂ ਉੱਤੇ ਕੋਮਲਤਾ ਕਰੀਏ, ਸ਼ਾਉਲ ਨੇ ਉਹਨਾਂ ਦੀ ਗੱਲ ਨਾ ਸੁਣੀ ਹੁੰਦੀ। ਪਰ ਉਹਨਾਂ ਦਾ ਬਹਾਨਾ ਕੀ ਸੀ? ਕਿ ਇਹ ਚੰਗਾ ਨਹੀਂ ਹੋਵੇਗਾ ਕਿ ਅਸੀਂ ਉਹਨਾਂ ਉੱਤੇ ਪਰਮੇਸ਼ਵਰ ਨੂੰ ਬਲੀਦਾਨ ਕਰਨ ਲਈ ਕੋਮਲਤਾ ਕਰੀਏ। ਇਸ ਤਰ੍ਹਾਂ ਉਹਨਾਂ ਨੇ ਪਰਮੇਸ਼ਵਰ ਦਾ ਜ਼ਿਕਰ ਕੀਤਾ। ਸ਼ੈਤਾਨ ਹਮੇਸ਼ਾ ਇਸ ਤਰ੍ਹਾਂ ਦੇ ਹਾਲਾਤਾਂ ਦੇ ਜ਼ਰੀਏ ਲੋਕਾਂ ਦੇ ਵਿਸ਼ਵਾਸ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਇਜ਼ਰਾਈਲੀ 40 ਸਾਲ ਤੱਕ ਜੰਗਲ ਵਿੱਚ ਚੱਲ ਰਹੇ ਸੀ, ਕਿਸ ਨੇ ਉਹਨਾਂ ਨੂੰ ਬੜਬੜਾਉਣ ਦਿੱਤਾ ਅਤੇ ਉਹਨਾਂ ਨੂੰ ਉਜਾੜ ਵਿੱਚ ਮਰਨ ਤੱਕ ਸ਼ਿਕਾਇਤ ਕਰਨ ਦਿੱਤੀ। ਪਰਮੇਸ਼ਵਰ ਦੇ ਦਿਨ ਦੇ ਦੌਰਾਨ ਬੱਦਲ ਦੇ ਇੱਕ ਖੰਭੇ ਅਤੇ ਰਾਤ ਦੇ ਦੌਰਾਨ ਅੱਗ ਦੇ ਇੱਕ ਖੰਭੇ ਦੇ ਜ਼ਰੀਏ ਆਪਣੀ ਮੌਜੂਦਗੀ ਦਿਖਾਈ ਅਤੇ 40 ਸਾਲਾਂ ਤੱਕ ਮਨ ਦੀ ਬਰਸਾਤ ਕੀਤੀ ਤਾਂ ਜੋ ਉਹ ਭੁੱਖੇ ਨਾ ਜਾਣ। ਭਾਵੇਂ ਪਰਮੇਸ਼ਵਰ ਨੇ ਹਰੇਕ ਦਿਨ ਅਜਿਹੇ ਸ਼ਾਨਦਾਰ ਚਮਤਕਾਰ ਦਿਖਾਏ,
ਪਰ ਉੱਥੇ ਇੱਕ ਕਾਰਨ ਸੀ ਕਿ ਉਹ ਉਜਾੜ ਵਿੱਚ ਨਸ਼ਟ ਹੋ ਗਏ। ਇਸ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਕਿਸ ਦਾ ਪਿੱਛਾ ਕੀਤਾ। ਭਾਵੇਂ ਪਰਮੇਸ਼ਵਰ ਹਮੇਸ਼ਾ ਉਹਨਾਂ ਦੇ ਨਾਲ ਸੀ, ਪਰ ਜੋ ਉਹਨਾਂ ਨੇ ਦੇਖਿਆ ਉਸ ਨੂੰ ਤਰਕਸ਼ੀਲ ਬਣਾਉਣਾ ਉਹਨਾਂ ਲਈ ਜ਼ਿਆਦਾ ਮਹੱਤਵਪੂਰਨ ਸੀ। ਰਾਜਾ ਸ਼ਾਉਲ ਦੇ ਸਮੇਂ ਵਿੱਚ ਜਦੋਂ ਪਰਮੇਸ਼ਵਰ ਨੇ ਉਸ ਨੂੰ ਸਭ ਕੁਝ ਨਸ਼ਟ ਕਰਨ ਲਈ ਕਿਹਾ ਸੀ, ਜੇਕਰ ਉਸਨੇ ਹੁਕਮ ਮੰਨ ਲਿਆ ਹੁੰਦਾ ਤਦ ਉਸ ਨੂੰ ਵੀ ਅਜਿਹੇ ਰਾਜਾ ਦੇ ਰੂਪ ਵਿੱਚ ਦਰਜ ਕੀਤਾ ਜਾਂਦਾ ਜਿਸ ਨੇ ਵਿਸ਼ਵਾਸ ਦੀ ਮਿਸਾਲ ਪੇਸ਼ ਕੀਤੀ, ਪਰ ਉਹ ਅਣਆਗਿਆਕਾਰੀ ਲਈ ਜਾਣਿਆ ਜਾਂਦਾ ਹੈ। ਭਰਾਵੋ ਅਤੇ ਭੈਣੋ, ਜਦੋਂ ਸਾਡੇ ਆਲੇ ਦੁਆਲੇ ਦੇ ਲੋਕ ਸ਼ਾਉਲ ਦੇ ਮਾਮਲੇ ਵਾਂਗ ਕੁਝ ਮੰਗ ਸਕਦੇ ਹਨ ਤਦ ਸਾਨੂੰ ਖੁਦ ਨੂੰ ਇੱਕ ਵਾਰ ਫਿਰ ਤੋਂ ਯਾਦ ਕਰਾਉਣਾ ਚਾਹੀਦਾ ਹੈ ਕਿ ਪਰਮੇਸ਼ਵਰ ਨੇ ਸਾਨੂੰ ਕੀ ਦੱਸਿਆ ਹੈ। ਜੇਕਰ ਅਸੀਂ ਲਗਾਤਾਰ ਜਿਵੇਂ ਸ਼ਾਉਲ ਨੇ ਕੀਤਾ ਮਨੁੱਖੀ ਫੈਸਲੇ ਨਾਲ ਤਰਕਸ਼ੀਲ ਚੋਣ ਕਰਦੇ ਹਾਂ, ਅਸੀਂ ਅੰਤ ਪਰਮੇਸ਼ਵਰ ਦੇ ਪਵਿੱਤਰ ਹੁਕਮ ਨੂੰ ਕੁਝ ਅਜਿਹਾ ਮੰਨਦੇ ਹੋਏ ਜਿਸ ਦਾ ਕੋਈ ਮਹੱਤਵ ਨਹੀਂ ਹੈ ਤਿਆਗ ਕਰਾਂਗੇ। ਆਓ ਅਸੀਂ ਇਸ ਸਿੱਖਿਆ ਨੂੰ ਪ੍ਰਕਾਸ਼ ਦੀ ਪੋਥੀ ਅਧਿਆਇ 14 ਵਿੱਚ ਲੱਭੀਏ। ਪ੍ਰਕਾਸ਼ ਦੀ ਪੋਥੀ ਅਧਿਆਇ 14 ਵਚਨ 1। ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਾਈ ਲੇਲਾ ਸਿਯੋਨ ਦੇ ਪਹਾੜ ਉੱਤੇ ਖਲੋਤਾ ਹੈ ਅਤੇ ਉਹਦੇ ਨਾਲ 1,44,000 ਹਨ ਜਿਨ੍ਹਾਂ ਦੇ ਮੱਥੇ ਉੱਤੇ ਉਹਦਾ ਨਾਮ ਅਤੇ ਉਹਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ। ਅਤੇ ਮੈਂ ਬਾਲੇ ਪਾਣੀਆਂ ਦੀ ਘੂਕ ਜਿਹੀ ਅਤੇ ਬੱਦਲ ਦੀ ਵੱਡੀ ਗਰਜ ਦੇ ਖੜਾਕ ਜਿਹੀ ਆਕਾਸ਼ੋਂ ਇੱਕ ਆਵਾਜ਼ ਸੁਣੀ, ਅਤੇ ਜਿਹੜੀ ਆਵਾਜ਼ ਮੈਂ ਸੁਣੀ ਉਹ ਰਬਾਬ ਵਜਾਉਣ ਵਾਲਿਆਂ ਦੀ ਆਵਾਜ਼ ਜਿਹੀ ਸੀ ਜਿਹੜੇ ਆਪਣੇ ਰਬਾਬ ਵਜਾਉਂਦੇ ਹਨ। ਅਤੇ ਉਹ ਸਿੰਘਾਸਣ ਦੇ ਅੱਗੇ ਅਤੇ ਚੌਹਾਂ ਜੰਤੂਆਂ ਅਤੇ ਉਹਨਾਂ ਬਜ਼ੁਰਗਾਂ ਦੇ ਅੱਗੇ ਇੱਕ ਨਵਾਂ ਗੀਤ ਗਾਉਂਦੇ ਹਨ। ਅਤੇ ਉਹਨਾਂ 1,44,000 ਤੋਂ ਬਿਨਾਂ ਜਿਹੜੇ ਧਰਤੀਓਂ ਮੁੱਲ ਲਏ ਹੋਏ ਸਨ, ਕੋਈ ਹੋਰ ਉਸ ਗੀਤ ਨੂੰ ਸਿੱਖ ਨਾ ਸਕਿਆ। ਇਹ ਉਹੀ ਹਨ ਜਿਹੜੇ ਤੀਵੀਆਂ ਨਾਲ ਭ੍ਰਿਸ਼ਟ ਨਹੀਂ ਹੋਏ, ਕਿਉਂ ਜੋ ਇਹ ਕੁਆਰੇ ਹਨ। ਇਹ ਉਹ ਹਨ ਭਾਈ ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹ ਉਹਦੇ ਮਗਰ ਮਗਰ ਤੁਰਦੇ ਹਨ। ਇਹ ਪਰਮੇਸ਼ਵਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ। ਇਹ ਬਹੁਤ ਮਹੱਤਵਪੂਰਨ ਹੈ। ਇਹ ਉਹ ਹਨ ਭਾਈ ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹ ਉਹਦੇ ਮਗਰ ਮਗਰ ਤੁਰਦੇ ਹਨ। ਕੋਈ ਫਰਕ ਨਹੀਂ ਪੈਂਦਾ ਕਿ ਉਸਦੇ ਆਲੇ ਦੁਆਲੇ ਦੇ ਲੋਕ ਕੀ ਕਹਿੰਦੇ ਹਨ, ਉਹ ਹਮੇਸ਼ਾ ਸੋਚਦੇ ਹਨ ਪਰਮੇਸ਼ਵਰ ਨੇ ਸਾਨੂੰ ਕੀ ਕਰਨ ਦਾ ਹੁਕਮ ਦਿੱਤਾ ਹੈ। ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹ ਉਹਦੇ ਮਗਰ ਮਗਰ ਤੁਰਦੇ ਹਨ। ਉਹ ਸਿਰਫ ਮਸੀਹ ਉੱਤੇ ਧਿਆਨ ਕੇਂਦਰਿਤ ਕਰਦੇ ਹਨ ਅਤੇ ਉਹਨਾਂ ਦੇ ਵਚਨਾਂ ਨੂੰ ਜ਼ਿਆਦਾ ਕੀਮਤੀ ਮੰਨਦੇ ਹਨ। ਜਾਂ ਸਰੀਰਕ ਰੂਪ ਨਾਲ ਲਾਭਕਾਰੀ ਹੋਣ ਵਾਲੀਆਂ ਚੀਜ਼ਾਂ ਦੀ ਬਜਾਏ ਪਰਮੇਸ਼ਵਰ ਦੇ ਹਰੇਕ ਵਚਨ ਨੂੰ ਮਹੱਤਵ ਦਿੰਦੇ ਹਨ। ਇਸ ਲਈ ਉਹ ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹ ਉਹਦੇ ਮਗਰ ਮਗਰ ਤੁਰਦੇ ਹਨ। ਮਿਸਰ ਤੋਂ ਕਨਾਨ ਤੱਕ ਜੰਗਲ ਵਿੱਚ 40 ਸਾਲ ਦੀ ਯਾਤਰਾ ਤੇ ਵੀ, ਕਿਉਂਕਿ ਕਨਾਨ ਮੰਜ਼ਿਲ ਸੀ, ਤਦ ਉਹਨਾਂ ਨੂੰ ਕਨਾਨ ਵੱਲ ਇੱਕ ਸਿੱਧਾ ਰਸਤਾ ਲੈਣਾ ਚਾਹੀਦਾ ਸੀ। ਹਾਲਾਂਕਿ ਜਦੋਂ ਉਹ ਕਨਾਨ ਦੇ ਨੇੜੇ ਆਏ ਤਦ ਉਹ ਪਿੱਛੇ ਮੁੜ ਗਏ। ਪਰਮੇਸ਼ਵਰ ਨੇ ਉਹਨਾਂ ਨੂੰ ਉਲਟੀ ਦਿਸ਼ਾ ਅਤੇ ਇੱਕ ਲੰਬੇ ਰਸਤੇ ਵੱਲ ਅਗਵਾਈ ਕੀਤੀ। ਉਹਨਾਂ ਨੇ ਸੋਚਿਆ ਹੋਵੇਗਾ ਇਸ ਤੋਂ ਸਾਨੂੰ ਕੋਈ ਸਰੀਰਕ ਲਾਭ ਨਹੀਂ ਹੈ, ਪਰ ਪਰਮੇਸ਼ਵਰ ਨੇ ਉਹਨਾਂ ਨੂੰ ਉਸ ਰਸਤੇ ਉੱਤੇ ਅਗਵਾਈ ਕੀਤੀ। ਨਤੀਜੇ ਵਜੋਂ ਲੋਕਾਂ ਨੇ ਉਸ ਰਾਹ ਦੇ ਕਰਕੇ ਜਿਸ ਉੱਤੇ ਉਹ ਸੀ ਸ਼ਿਕਾਇਤ ਕੀਤੀ ਅਤੇ ਬੁੜਬੁੜਾਏ। ਸਾਡੀ ਮੰਜ਼ਲ ਬਿਲਕੁਲ ਆਲੇ ਦੁਆਲੇ ਹੈ। ਸਿਓਲ ਤੋਂ ਬੁਸਾਨ ਦੀ ਯਾਤਰਾ ਕਰਨ ਲਈ ਤੁਹਾਨੂੰ ਡੇਗੂ ਵਰਗੀਆਂ ਜਗ੍ਹਾ ਤੋਂ ਲੰਘਣਾ ਪਵੇਗਾ, ਪਰ ਜਦੋਂ ਉਹ ਡੇਗੂ ਪਹੁੰਚਦੇ ਹਨ ਤਦ ਪਰਮੇਸ਼ਵਰ ਉਹਨਾਂ ਨੂੰ ਵਾਪਸ ਸੁਵਨ ਲੈ ਜਾਂਦੇ ਹਨ। ਇਸ ਲਈ ਲੋਕ ਇਹ ਕਹਿੰਦੇ ਹੋਏ ਬੁੜਬੁੜਾਏ, ਇਸ ਵਿੱਚ ਕੋਈ ਤਰਕਸ਼ੀਲਤਾ ਨਹੀਂ ਹੈ। ਜੇਕਰ ਅਸੀਂ ਬਸ ਥੋੜਾ ਹੋਰ ਅੱਗੇ ਵਧਦੇ ਹਾਂ ਤਦ ਅਸੀਂ ਬੁਸਾਨ ਹੋਵਾਂਗੇ। ਅਸੀਂ ਕਿਉਂ ਮੁੜ ਰਹੇ ਹਾਂ? ਇਸੇ ਕਾਰਨ ਉਹਨਾਂ ਨੂੰ ਜ਼ਹਿਰੀਲੇ ਸੱਪਾਂ ਨੇ ਡੰਗ ਮਾਰਿਆ ਸੀ। ਭਰਾਵੋ ਅਤੇ ਭੈਣੋ, ਖੁਸ਼ਖਬਰੀ ਦੇ ਰਾਹ ਉੱਤੇ ਚੱਲਦੇ ਹੋਏ ਅਸੀਂ ਹਮੇਸ਼ਾ ਆਪਣੀ ਪਸੰਦ ਦੇ ਅਨੁਸਾਰ ਨਹੀਂ ਚੁਣ ਸਕਦੇ ਹਾਂ। ਵਿਸ਼ਵਾਸ ਦੀ ਦੁਨੀਆ ਵਿੱਚ ਕਈ ਹੁਕਮ ਹਨ ਜੋ ਸਾਡੇ ਤਰਕਸ਼ੀਲ ਵਿਚਾਰਾਂ ਤੋਂ ਪਰੇ ਹਨ। ਜਿਨ੍ਹਾਂ ਲੋਕਾਂ ਨੂੰ ਪ੍ਰਕਾਸ਼ ਦੀ ਪੋਥੀ ਅਧਿਆਇ 14 ਵਿੱਚ ਜ਼ਿਕਰ ਕੀਤੀ ਧਰਤੀ ਤੋਂ ਛੁਡਾਇਆ ਗਿਆ ਸੀ, ਉਹਨਾਂ ਨੇ ਆਪਣੀਆਂ ਸਾਰੀਆਂ ਕਦਰਾਂ ਕੀਮਤਾਂ ਨੂੰ ਯਿਸੂ ਮਸੀਹ ਉੱਤੇ ਰੱਖਿਆ ਸੀ ਜੋ ਲੇਲਾ ਹੈ। ਜੇਕਰ ਅਸੀਂ ਇਹ ਮਹਿਸੂਸ ਕਰਨ ਤੋਂ ਬਾਅਦ ਰਾਹ ਤੇ ਚੱਲਦੇ ਹਾਂ ਕਿ ਲੇਲੇ ਨੇ ਸਾਨੂੰ ਮੁਕਤੀ ਵੱਲ ਅਗਵਾਈ ਕਰਨ ਲਈ ਸਭ ਕੁਝ ਕੀਤਾ ਹੈ, ਤਦ ਇਹ ਮਾਇਨੇ ਨਹੀਂ ਰੱਖਦਾ ਕਿ ਇਹ ਇੱਕ ਬਹੁਤ ਤੇਜ਼ ਧੁੱਪ ਵਾਲਾ ਰਸਤਾ ਹੈ ਜਾਂ ਖੁਰਦਰੀ ਬਜਰੀ ਵਾਲਾ ਰਸਤਾ ਹੈ ਜਾਂ ਫਿਰ ਕੰਡੇ ਝਾੜੀਆਂ ਨਾਲ ਭਰਿਆ ਹੋਇਆ ਰਸਤਾ ਹੈ। ਪਰ ਲੋਕ ਆਮ ਤੌਰ ਤੇ ਤਰਕਸ਼ੀਲਤਾ ਬਾਰੇ ਸਭ ਤੋਂ ਪਹਿਲਾਂ ਸੋਚਦੇ ਹਨ। ਉਹ ਬੁੜਬੁੜਾਉਂਦੇ ਹਨ ਅਤੇ ਬਹਿਸ ਕਰਦੇ ਹਨ। ਜੋ ਉਹਨਾਂ ਨੂੰ ਸਮਝ ਆਉਂਦਾ ਹੈ ਉਸ ਦੇ ਲਈ ਉਹ ਜਿੱਦ ਕਰਦੇ ਹਨ। ਪਰ ਪ੍ਰਕਾਸ਼ ਦੀ ਪੋਥੀ ਅਧਿਆਇ 14 ਵਿੱਚ ਜ਼ਿਕਰ ਕੀਤੇ ਲੋਕ ਦੂਸਰਿਆਂ ਦਾ ਨਹੀਂ, ਪਰ ਸਿਰਫ ਲੇਲੇ ਦੀ ਅਗਵਾਈ ਦਾ ਪਾਲਣ ਕਰਦੇ ਹਨ।
ਇਹ ਸਭ ਇਸ ਲਈ ਹੈ ਕਿਉਂਕਿ ਉਹ ਸਹੀ ਢੰਗ ਨਾਲ ਸਮਝਦੇ ਹਨ ਅਤੇ ਵਿਸ਼ਵਾਸ ਕਰਦੇ ਹਨ ਕਿ ਲੇਲੇ ਨੇ ਸਾਡੀ ਮੁਕਤੀ ਲਈ ਜੋ ਕੁਝ ਕੀਤਾ ਹੈ। ਭਰਾਵੋ ਅਤੇ ਭੈਣੋ, ਇਸਤਰੀ ਦੀ ਬਾਕੀ ਸੰਤਾਨਾਂ ਦੇ ਰੂਪ ਵਿੱਚ ਸਵਰਗ ਦੇ ਸਦੀਪਕ ਰਾਜ ਵਿੱਚ ਪ੍ਰਵੇਸ਼ ਕਰਨ ਲਈ ਸਾਨੂੰ ਖੁਦ ਤੋਂ ਇਹ ਪੁੱਛਦੇ ਹੋਏ ਕਿ ਪਰਮੇਸ਼ਵਰ ਇਸ ਨੂੰ ਅਜਿਹਾ ਕਿਉਂ ਕਰਦੇ ਹਨ, ਵਿਚਾਰ ਕਰਨਾ ਚਾਹੀਦਾ ਹੈ ਕਿ ਪਰਮੇਸ਼ਵਰ ਕਿਸ ਨੂੰ ਮੁੱਲ ਦਿੰਦੇ ਹਨ। ਮਨੁੱਖੀ ਤਰਕ ਦਾ ਮੁੱਲ ਹਮੇਸ਼ਾ ਇੱਕ ਸਵੈ ਕੇਂਦਰਿਤ ਨਜ਼ਰੀਏ ਤੋਂ ਆਉਂਦਾ ਹੈ। ਜੋ ਮਸੀਹ ਉੱਤੇ ਆਪਣਾ ਮੁੱਲ ਦਿੰਦੇ ਹਨ ਉਹ ਸਵੈ ਕੇਂਦਰਿਤ ਨਹੀਂ ਹੁੰਦੇ, ਉਹ ਮਸੀਹ ਕੇਂਦਰਿਤ ਵਿਚਾਰ ਰੱਖਦੇ ਹਨ। ਇਸ ਤਰ੍ਹਾਂ ਸਾਨੂੰ ਆਪਣੇ ਬਾਕੀ ਵਿਸ਼ਵਾਸ ਦੇ ਜੀਵਨ ਨੂੰ ਜਿਉਣਾ ਚਾਹੀਦਾ ਹੈ। ਆਓ ਅਸੀਂ ਪੁਰਾਣੇ ਨਿਯਮ ਦੇ ਕੁਝ ਹੋਰ ਉਦਾਹਰਨਾਂ ਉੱਤੇ ਇੱਕ ਨਜ਼ਰ ਪਾਉਂਦੇ ਹਾਂ। ਆਓ ਯਹੋਸ਼ੂਆ ਅਧਿਆਇ 6 ਵਚਨ 1 ਦੇਖੀਏ। ਯਰੀਹੋ ਇਜ਼ਰਾਈਲੀਆਂ ਦੇ ਕਾਰਨ ਵੱਡੀ ਪਕਿਆਈ ਨਾਲ ਬੰਦ ਕੀਤਾ ਹੋਇਆ ਸੀ, ਨਾ ਤਾਂ ਕੋਈ ਅੰਦਰ ਆ ਸਕਦਾ ਸੀ ਨਾ ਕੋਈ ਬਾਹਰ ਜਾ ਸਕਦਾ ਸੀ। ਤਾਂ ਯਹੋਵਾ ਨੇ ਯਹੋਸ਼ੂਆ ਨੂੰ ਆਖਿਆ ਕਿ ਵੇਖ, ਮੈਂ ਯਰੀਹੋ, ਉਸ ਦੇ ਰਾਜੇ ਅਤੇ ਉਸ ਦੇ ਸੂਰਬੀਰਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਸੋ ਤੁਸੀਂ ਸਾਰੇ ਯੋਧੇ ਸ਼ਹਿਰ ਨੂੰ ਘੇਰ ਲਓ ਅਤੇ ਇੱਕ ਵਾਰ ਸ਼ਹਿਰ ਦੇ ਦੁਆਲੇ ਫਿਰੋ ਅਤੇ 6 ਦਿਨਾਂ ਤੱਕ ਤੁਸੀਂ ਐਵੇਂ ਹੀ ਕਰਨਾ। ਸਭ ਜਾਜਕ ਸੰਦੂਕ ਦੇ ਅੱਗੇ ਮੇਢੇ ਦੀਆਂ ਸਿੰਘਾਂ ਦੀਆਂ 7 ਤੂਰੀਆਂ ਲੈ ਜਾਣ ਅਤੇ ਤੁਸੀਂ 7ਵੇਂ ਦਿਨ 7 ਵਾਰੀ ਸ਼ਹਿਰ ਦੇ ਦੁਆਲੇ ਫਿਰਿਓ ਅਤੇ ਜਾਜਕ ਤੂਰੀਆਂ ਵਜਾਉਣ। ਤਾਂ ਇਉਂ ਹੋਵੇਗਾ ਕਿ ਜਦ ਉਹ ਚਿਰ ਤੱਕ ਮੇਢੇ ਦੇ ਸਿੰਘਾਂ ਦੀਆਂ ਤੂਰੀਆਂ ਵਜਾਉਣ ਅਤੇ ਜਦ ਤੁਸੀਂ ਤੂਰੀ ਦੀ ਆਵਾਜ਼ ਸੁਣੋ ਤਾਂ ਸਾਰੇ ਲੋਕ ਵੱਡੇ ਜ਼ੋਰ ਨਾਲ ਜੈਕਾਰਾ ਗਜਾਉਣ। ਤਾਂ ਸ਼ਹਿਰ ਦਾ ਧੂੜ-ਕੋਟ ਮੁੱਢ ਤੀਕ ਢਹਿ ਪਵੇਗਾ ਅਤੇ ਪਰਜਾ ਵਿੱਚੋਂ ਹਰ ਮਨੁੱਖ ਆਪਣੇ ਸਾਹਮਣੇ ਸਿੱਧਾ ਉਤਾਹਾਂ ਜਾਵੇਗਾ। ਤਾਂ ਨੂਨ ਦੇ ਪੁੱਤਰ ਯਹੋਸ਼ੂਆ ਨੇ ਜਾਜਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਆਖਿਆ, ਤੁਸੀਂ ਨੇਮ ਦੇ ਸੰਦੂਕ ਨੂੰ ਚੁੱਕ ਲਓ ਅਤੇ 7 ਜਾਜਕ ਮੇਢੇ ਦੀਆਂ ਸਿੰਘਾਂ ਦੀਆਂ 7 ਤੂਰੀਆਂ ਯਹੋਵਾ ਦੇ ਸੰਦੂਕ ਦੇ ਅੱਗੇ ਚੁੱਕ ਲੈਣ। ਫਿਰ ਉਸਨੇ ਉਹਨਾਂ ਲੋਕਾਂ ਨੂੰ ਆਖਿਆ, ਲੰਘੋ ਅਤੇ ਸ਼ਹਿਰ ਨੂੰ ਘੇਰ ਲਓ, ਅਰ ਸ਼ਾਸਤਰਧਾਰੀ ਯਹੋਵਾ ਦੇ ਸੰਦੂਕ ਦੇ ਅੱਗੇ ਲੰਘਣ। ਜਿਸ ਤਰ੍ਹਾਂ ਪਰਮੇਸ਼ਵਰ ਨੇ ਉਹਨਾਂ ਨੂੰ ਯਰੀਹੋ ਸ਼ਹਿਰ ਨੂੰ ਜਿੱਤਣ ਲਈ ਹੁਕਮ ਦਿੱਤਾ ਸੀ, ਉਹ ਕੁਝ ਅਜਿਹਾ ਨਹੀਂ ਸੀ ਜੋ ਤਰਕਸ਼ੀਲ ਲੱਗੇ। ਉਹ ਵਿਅਰਥ ਕੰਮ ਹੋ ਸਕਦਾ ਸੀ ਜੋ ਸਿਰਫ ਊਰਜਾ ਨੂੰ ਬਰਬਾਦ ਕਰਦਾ ਹੈ। ਅਸੀਂ 40 ਸਾਲ ਤੋਂ ਉਜਾੜ ਵਿੱਚ ਚੱਲਣ ਕਰਕੇ ਪਹਿਲਾਂ ਤੋਂ ਹੀ ਥੱਕ ਚੁੱਕੇ ਹਾਂ। ਪਰਮੇਸ਼ਵਰ ਸਾਨੂੰ ਵਾਰ-ਵਾਰ ਯਰੀਹੋ ਸ਼ਹਿਰ ਦੇ ਚਾਰੋਂ ਪਾਸੇ ਘੁੰਮਣ ਲਈ ਕਿਉਂ ਕਹਿੰਦੇ ਹਨ? ਜੇਕਰ ਪਰਮੇਸ਼ਵਰ ਨੇ ਸਾਨੂੰ ਸ਼ਹਿਰ ਦੀ ਕੰਧ ਨੂੰ ਤੋੜਨ ਲਈ ਕਿਸੇ ਵੱਡੇ ਵਾਰ ਨਾਲ ਹਮਲਾ ਕਰਨ ਲਈ ਕਿਹਾ ਹੁੰਦਾ ਤਦ ਇਹ ਸੌਖਾ ਹੁੰਦਾ। ਪਰ ਜੇਕਰ ਅਸੀਂ ਦਿਨ ਰਾਤ ਸ਼ਹਿਰ ਦੇ ਆਲੇ ਦੁਆਲੇ ਘੁੰਮਦੇ ਹਾਂ ਤਦ ਉਹ ਇਹ ਸੋਚ ਕੇ ਕਿ ਅਸੀਂ ਉਹਨਾਂ ਤੋਂ ਡਰਦੇ ਮਾਰੇ ਸ਼ਹਿਰ ਵਿੱਚ ਨਹੀਂ ਆ ਰਹੇ, ਸਾਡਾ ਮਜ਼ਾਕ ਉਡਾਣਗੇ। ਜ਼ਿਆਦਾਤਰ ਲੋਕਾਂ ਦੇ ਮਨ ਵਿੱਚ ਜੋ ਤਰਕਸ਼ੀਲ ਤਰੀਕੇ ਨਾਲ ਸੋਚਦੇ ਹਨ ਇਹ ਵਿਚਾਰ ਆਇਆ ਹੋਵੇਗਾ, ਪਰ ਜੋ ਮਸੀਹ ਨੂੰ ਮਹੱਤਵ ਦਿੰਦੇ ਸੀ ਉਹਨਾਂ ਦਾ ਵਿਚਾਰ ਅਲੱਗ ਸੀ। ਇਸ ਰਣਨੀਤੀ ਨਾਲ ਅਜਿਹਾ ਕਰਨ ਦੀ ਆਗਿਆ ਕਿਸਨੇ ਦਿੱਤੀ? ਇਹ ਪਰਮੇਸ਼ਵਰ ਹੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ। ਮਨੁੱਖੀ ਅਨੁਭਵ ਦੇ ਆਧਾਰ ਤੇ ਇਹ ਇੱਕ ਅਸੰਭਵ ਤਰੀਕੇ ਵਾਂਗ ਲੱਗ ਰਿਹਾ ਸੀ, ਪਰ ਜਦੋਂ ਉਹਨਾਂ ਨੂੰ 100% ਵਿਸ਼ਵਾਸ ਸੀ ਕਿ ਮੁਕਤੀ ਪਰਮੇਸ਼ਵਰ ਵੱਲੋਂ ਹੈ, ਤਦ ਉਹ ਦਿਨ ਵਿੱਚ ਇੱਕ ਵਾਰ ਅਤੇ 7ਵੇਂ ਦਿਨ ਵਿੱਚ 7 ਵਾਰ ਸ਼ਹਿਰ ਦੇ ਚਾਰੇ ਪਾਸੇ ਘੁੰਮੇ। ਜਦੋਂ ਉਹਨਾਂ ਨੇ ਉਸ ਤਰੀਕੇ ਦਾ ਪਾਲਨ ਕੀਤਾ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਕਿਹਾ ਅਤੇ ਉਹ ਚੀਕੇ, ਤਦ ਇੱਕ ਸ਼ਾਨਦਾਰ ਅਤੇ ਬੇਮਿਸਾਲ ਕੰਮ ਹੋਇਆ। ਯਰੀਹੋ ਦੀਆਂ ਕੰਧਾਂ ਆਪਣੇ ਆਪ ਢਹਿ ਗਈਆਂ। ਭਰਾਵੋ ਅਤੇ ਭੈਣੋ, ਜੋ ਲੋਕ ਸਿਰਫ ਤਰਕਸ਼ੀਲ ਸੋਚ ਉੱਤੇ ਮਹੱਤਵ ਦਿੰਦੇ ਹਨ ਉਹ ਅਕਸਰ ਬੁੜਬੁੜਾਉਂਦੇ ਹਨ ਅਤੇ ਸ਼ਿਕਾਇਤ ਕਰਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਉਹ ਆਪਣੇ ਪਿਛਲੇ ਅਨੁਭਵ ਨੂੰ ਵੱਧ ਕੀਮਤੀ ਮੰਨਦੇ ਹਨ। ਪਰ ਜਦੋਂ ਪਰਮੇਸ਼ਵਰ ਦੇ ਵਚਨ ਦੀ ਗੱਲ ਆਉਂਦੀ ਹੈ ਤਦ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਅਸੀਂ ਪਹਿਲਾਂ ਕਦੀ ਅਨੁਭਵ ਨਹੀਂ ਕੀਤਾ। ਇਸੇ ਕਰਕੇ ਰਾਜਾ ਸ਼ਾਉਲ ਨੇ ਵੀ ਠੋਕਰ ਖਾਧੀ। ਯਹੂਦਾ ਇਸਕਰਿਓਤੀ ਵੀ ਉਸੇ ਕਾਰਨ ਕਰਕੇ ਲੜਖੜਾ ਗਿਆ। ਕਿਵੇਂ ਇਹ ਨਵਾਂ ਧਰਮ ਜੋ ਯੀਸ਼ੂ ਉੱਤੇ ਵਿਸ਼ਵਾਸ ਕਰਦਾ ਹੈ, ਮਹਾਪੁਰੋਹਿਤ, ਪ੍ਰਬੰਧਕ ਅਤੇ ਲੋਕ ਜੋ ਉਹਨਾਂ ਦਾ ਪਾਲਨ ਕਰਦੇ ਹਨ, ਉਹਨਾਂ ਦੀ ਸ਼ਕਤੀ ਦਾ ਵਿਰੋਧ ਕਰ ਸਕਦਾ ਹੈ? ਕਿ ਇਹ ਰੋਮਨ ਸਾਮਰਾਜ ਨੂੰ ਹਰਾ ਸਕਦਾ ਹੈ ਅਤੇ ਜਿੱਤ ਸਕਦਾ ਹੈ? ਜਦੋਂ ਯਹੂਦਾ ਨੇ ਤਰਕਸ਼ੀਲ ਸੋਚ ਦੀਆਂ ਰੁਕਾਵਟਾਂ ਵਿਚਕਾਰ ਸਭ ਕੁਝ ਦੇਖਿਆ ਤਦ ਮਸੀਹ ਦੇ ਪ੍ਰਤੀ ਉਸ ਦਾ ਵਿਸ਼ਵਾਸ ਘੱਟ ਹੁੰਦਾ ਗਿਆ। ਜਦੋਂ ਤੋਂ ਯਹੂਦਾ ਨੇ ਵਿਸ਼ਵਾਸ ਗਵਾ ਦਿੱਤਾ, ਉਸਨੇ ਅੰਤ ਯੀਸ਼ੂ ਨੂੰ ਵੇਚ ਦਿੱਤਾ ਅਤੇ ਉਹਨਾਂ ਨੂੰ 30 ਚਾਂਦੀ ਦੇ ਸਿੱਕਿਆਂ ਲਈ ਸੌਂਪ ਦਿੱਤਾ। ਅਜਿਹੇ ਕਈ ਪਲ ਹਨ
ਜਦੋਂ ਸਾਨੂੰ ਤਰਕਸ਼ੀਲ ਸੋਚ ਦੀ ਮੁੱਲ ਅਤੇ ਮਸੀਹ ਦੇ ਪਿੱਛੇ ਚੱਲਣ ਦੇ ਮੁੱਲ ਵਿਚਕਾਰ ਚੋਣ ਕਰਨੀ ਚਾਹੀਦੀ ਹੈ। ਇੱਕ ਚੋਣ ਆਪਣੇ ਪਿਛਲੇ ਅਨੁਭਵ ਉੱਤੇ ਆਧਾਰਿਤ ਹੈ ਅਤੇ ਦੂਸਰੀ ਚੋਣ ਪਰਮੇਸ਼ਵਰ ਦਾ ਹੁਕਮ ਹੈ। ਜਦੋਂ ਅਸੀਂ ਆਪਣੇ ਵਿਚਾਰਾਂ ਦਾ ਤਿਆਗ ਕਰਨ ਵਿੱਚ ਸਮਰਥੀ ਹੁੰਦੇ ਹਾਂ ਤਦ ਅਸੀਂ ਪੂਰੀ ਤਰ੍ਹਾਂ ਪਰਮੇਸ਼ਵਰ ਦੀ ਮਰਜ਼ੀ ਦਾ ਪਾਲਨ ਕਰਨ ਵਿੱਚ ਸਮਰਥੀ ਹੋਵਾਂਗੇ, ਹੈ ਨਾ? ਕਿਉਂਕਿ ਅਤੀਤ ਵਿੱਚ ਲਿਖੀ ਗਈ ਹਰ ਚੀਜ਼ ਸਾਡੀ ਹੀ ਸਿੱਖਿਆ ਲਈ ਲਿਖੀ ਗਈ ਹੈ। ਤਦ ਪਰਮੇਸ਼ਵਰ ਆਪਣੀਆਂ ਭਵਿੱਖਬਾਣੀਆਂ ਦੇ ਜ਼ਰੀਏ ਸਾਨੂੰ ਕੀ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ? ਸਾਨੂੰ ਇਸ ਮਾਮਲੇ ਉੱਤੇ ਧਿਆਨ ਦੇਣ ਦੀ ਲੋੜ ਹੈ। ਹਾਲ ਹੀ 'ਚ ਮੈਂ ਕਈ ਭਰਾਵਾਂ ਅਤੇ ਭੈਣਾਂ ਨੂੰ ਮਿਲ ਰਿਹਾ ਹਾਂ। ਜਦੋਂ ਮੈਂ ਉਹਨਾਂ ਦੀ ਹਰ ਰਾਏ ਸੁਣੀ ਤਦ ਕੁਝ ਅਜਿਹੇ ਹਨ ਜੋ ਤਰਕਸ਼ੀਲ ਸੋਚ ਨੂੰ ਮਹੱਤਵ ਦਿੰਦੇ ਹਨ ਅਤੇ ਹੋਰ ਜੋ ਪਰਮੇਸ਼ਵਰ ਕੇਂਦਰਿਤ ਕਾਰਜ ਕਰਦੇ ਹਨ, ਭਾਵੇਂ ਉਹਨਾਂ ਦੀ ਤਰਕਸ਼ੀਲਤਾ ਥੋੜੀ ਕਮਜ਼ੋਰ ਹੈ। ਅਤੇ ਮੈਨੂੰ ਪਤਾ ਚੱਲਿਆ ਕਿ ਜੋ ਲੋਕ ਪਹਿਲਾਂ ਮਸੀਹ ਨੂੰ ਮਹੱਤਵ ਦਿੰਦੇ ਸੀ ਉਹ ਹੋਰ ਜ਼ਿਆਦਾ ਚੰਗੇ ਨਤੀਜੇ ਪ੍ਰਾਪਤ ਕਰਨ ਵਿੱਚ ਸਮਰੱਥੀ ਸੀ। ਕੁਝ ਲੋਕ ਇਹ ਕਹਿੰਦੇ ਹੋਏ ਤਰਕਸ਼ੀਲਤਾ ਨਾਲ ਹਰ ਚੀਜ਼ ਬਾਰੇ ਸੋਚਦੇ ਹਨ ਕਿ ਕਿਉਂਕਿ ਮੈਂ ਇਹ ਕੰਮ ਲੰਬੇ ਸਮੇਂ ਤੱਕ ਕੀਤਾ ਹੈ, ਮੈਨੂੰ ਪਤਾ ਹੈ ਕਿ ਇਸ ਨੂੰ ਕਿਵੇਂ ਕਰਨਾ ਹੈ, ਮੈਨੂੰ ਪਤਾ ਹੈ ਕਿ ਸਭ ਕੁਝ ਕਿਵੇਂ ਕੰਮ ਕਰਦਾ ਹੈ। ਜੇ ਉਹ ਹਮੇਸ਼ਾ ਇਸ ਤਰ੍ਹਾਂ ਵਿਸ਼ਵਾਸ ਦਾ ਜੀਵਨ ਜਿਉਂਦੇ ਹਨ ਤਦ ਅੰਤ ਉਹ ਪਲ ਆਵੇਗਾ ਜਦ ਉਹ ਪਰਮੇਸ਼ਵਰ ਨੂੰ ਵੀ ਆਪਣੀ ਤਰਕਸ਼ੀਲ ਸੋਚ ਦੇ ਥੱਲੇ ਰੱਖਣਗੇ। ਇਸ ਦੁਨੀਆ ਵਿੱਚ ਰਹਿੰਦੇ ਹੋਏ ਸਾਨੂੰ ਕਿਸ ਉੱਤੇ ਬਹੁਤ ਮੁੱਲ ਦੇਣਾ ਚਾਹੀਦਾ ਹੈ ਕਿ ਇਹ ਤਰਕਸ਼ੀਲ ਸੋਚ ਦਾ ਮੁੱਲ ਹੈ ਜਾਂ ਮਸੀਹ ਦੇ ਪਿੱਛੇ ਜਾਣ ਦਾ ਮੁੱਲ ਹੈ। ਇਹ ਲਾਜ਼ਮੀ ਹੈ ਕਿ ਅਸੀਂ ਉਹਨਾਂ ਹਾਲਾਤਾਂ ਦਾ ਸਾਹਮਣਾ ਕਰਾਂਗੇ ਜਿੱਥੇ ਸਾਨੂੰ ਦੋਨਾਂ ਵਿਚਕਾਰ ਚੁਣਾਵ ਕਰਨਾ ਪਵੇਗਾ। ਜਦ ਵੀ ਅਸੀਂ ਉਸ ਹਾਲਾਤ ਵਿੱਚ ਹੁੰਦੇ ਹਾਂ ਜਿੱਥੇ ਅਸੀਂ ਮਸੀਹ ਨੂੰ ਮਹੱਤਵ ਦੇਣ ਵਿੱਚ ਕਾਬਲ ਹੁੰਦੇ ਹਾਂ ਅਤੇ ਹਮੇਸ਼ਾ ਮਸੀਹ ਵੱਲ ਖੜੇ ਰਹਿੰਦੇ ਹਾਂ ਤਦ ਅਸੀਂ ਜਿੱਤ ਜਾਵਾਂਗੇ, ਹੈ ਨਾ? ਜਦ 12 ਜਸੂਸਾਂ ਨੇ ਕਨਾਨ ਦੇਸ਼ ਦਾ ਪਤਾ ਲਗਾਇਆ ਤਾਂ 10 ਜਸੂਸਾਂ ਨੇ ਕੁਝ ਬਹੁਤ ਹੀ ਤਰਕਸ਼ੀਲ ਗੱਲ ਦਾ ਜ਼ਿਕਰ ਕੀਤਾ। ਉਹ ਸਭ ਦੇ ਸਭ ਵੱਡੇ ਅਤੇ ਲੰਬੇ ਹਨ ਅਤੇ ਅਸੀਂ ਉਹਨਾਂ ਦੇ ਸਾਹਮਣੇ ਕੀੜਿਆਂ ਦੀ ਤਰ੍ਹਾਂ ਦਿਖਦੇ ਹਾਂ। ਉਹਨਾਂ ਨੇ ਤਰਕਸ਼ੀਲ ਰੂਪ ਨਾਲ ਸੋਚਦੇ ਹੋਏ ਇਹਨਾਂ ਤੱਥਾਂ ਦਾ ਜ਼ਿਕਰ ਕੀਤਾ, ਪਰ ਉੱਥੇ ਕੁਝ ਗਾਇਬ ਸੀ। ਉਹਨਾਂ ਨੇ ਮਸੀਹ ਦੇ ਮੁੱਲ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਸੀ। ਕਿਸ ਨੇ ਉਹਨਾਂ ਨੂੰ ਕਨਾਨ ਦੇਸ਼ ਦੇਣ ਦਾ ਵਾਅਦਾ ਕੀਤਾ ਸੀ? ਇਹ ਪਰਮੇਸ਼ਵਰ ਹੀ ਸੀ ਜਿਨ੍ਹਾਂ ਨੇ ਉਹਨਾਂ ਨਾਲ ਇਹ ਵਾਅਦਾ ਕੀਤਾ ਸੀ। ਤਦ ਉਹਨਾਂ ਨੂੰ ਆਪਣੀ ਤਰਕਸ਼ੀਲ ਸੋਚ ਨੂੰ ਪਿੱਛੇ ਰੱਖਣਾ ਚਾਹੀਦਾ ਸੀ ਅਤੇ ਮਸੀਹ ਦੇ ਪਿੱਛੇ ਚੱਲਣ ਦੇ ਮੁੱਲ ਨਾਲ ਆਪਣੇ ਆਪ ਨੂੰ ਹਥਿਆਰਬੰਦ ਕਰਨਾ ਚਾਹੀਦਾ ਸੀ। ਪਰ ਕਿਉਂਕਿ ਉਹਨਾਂ ਨੇ ਨਹੀਂ ਕੀਤਾ, ਇਸ ਲਈ ਉਹਨਾਂ ਨੂੰ ਇੱਕ ਅਜਿਹੀ ਰਿਪੋਰਟ ਦੇਣੀ ਪਈ ਜਿਸ ਦੇ ਕਾਰਨ ਲੋਕ ਬੁੜਬੁੜਾਉਂਦੇ ਅਤੇ ਸ਼ਿਕਾਇਤ ਕਰਦੇ। ਇਸ ਨਾਲ ਸਾਰੇ ਇਜ਼ਰਾਈਲੀ ਮਾਰੇ ਗਏ। ਭਰਾਵੋ ਅਤੇ ਭੈਣੋ, ਤਰਕਸ਼ੀਲ ਹੋਣਾ ਬਹੁਤ ਚੰਗਾ ਹੈ। ਤਰਕਸ਼ੀਲ ਫੈਸਲਾ ਲੈਣ ਦੀ ਯੋਗਤਾ ਮਨੁੱਖ ਲਈ ਇੱਕ ਬਹੁਤ ਹੀ ਮਹੱਤਵਪੂਰਨ ਗੁਣ ਹੈ। ਪਰ ਜੇ ਅਸੀਂ ਹਰ ਇੱਕ ਮਾਮਲੇ ਵਿੱਚ ਤਰਕਸ਼ੀਲ ਚੋਣ ਲਾਗੂ ਕਰਦੇ ਹਾਂ ਤਦ ਸਾਡੀ ਵਿਸ਼ਵਾਸ ਦੀ ਦੁਨੀਆ ਪੂਰੀ ਤਰ੍ਹਾਂ ਢਹਿ ਜਾਵੇਗੀ। ਅਜਿਹਾ ਇਸ ਲਈ ਹੈ ਕਿਉਂਕਿ ਤਰਕਸ਼ੀਲ ਹੋਣਾ ਉਹ ਗਿਆਨ ਅਤੇ ਸਮਝ ਹੈ ਜਿਸ ਨੂੰ ਅਸੀਂ ਤੀਸਰੀ ਯਾਮੀ ਦੁਨੀਆ ਵਿੱਚ ਆਪਣੇ ਤਜਰਬੇ ਦੇ ਜ਼ਰੀਏ ਜਮ੍ਹਾਂ ਕੀਤਾ ਹੈ। ਪਰ ਪਰਮੇਸ਼ਵਰ ਚੌਥੇ ਜਾਂ ਪੰਜਵੇਂ ਅਯਾਮ ਦੇ ਗਿਆਨ ਦੇ ਨਾਲ ਸਾਡੇ ਨਾਲ ਗੱਲ ਕਰਦੇ ਹਨ। ਇਹ ਇੱਕ ਕਾਰਨ ਹੈ ਕਿ ਅੱਜ ਕੱਲ੍ਹ ਕਈ ਲੋਕ ਪਰਮੇਸ਼ਵਰ ਤੇ ਵਿਸ਼ਵਾਸ ਨਹੀਂ ਕਰਦੇ ਅਤੇ ਨਾ ਹੀ ਉਹਨਾਂ ਨੂੰ ਸਮਝਦੇ ਹਨ। ਯਹੋਸ਼ੂਆ ਅਤੇ ਕਾਲੇਬ ਨੇ ਕਿਹਾ, ਭਾਵੇਂ ਹੀ ਉਹ ਵੱਡੇ ਹਨ ਪਰ ਉਹਨਾਂ ਦੇ ਦੇਵਤੇ ਉਹਨਾਂ ਦੇ ਉੱਪਰੋਂ ਹਟ ਗਏ ਹਨ। ਇਸ ਤੇ ਵਿਚਾਰ ਕਰੋ ਕਿ ਕਿਵੇਂ ਪਰਮੇਸ਼ਵਰ ਨੇ ਲਾਲ ਸਮੁੰਦਰ ਨੂੰ 2 ਭਾਗਾਂ ਵਿੱਚ ਵੰਡਿਆ, ਸਮੁੰਦਰ ਵਿੱਚ ਮਿਸਰ ਦੀ ਸੈਨਾ ਨੂੰ ਦਫਨਾਇਆ ਅਤੇ ਸਾਨੂੰ ਮਿਸਰ ਤੋਂ ਬਾਹਰ ਕੱਢਿਆ। ਇਸ ਲਈ ਅਸੀਂ ਉਹਨਾਂ ਨੂੰ ਜ਼ਰੂਰ ਨਿਗਲ ਜਾਵਾਂਗੇ। ਸਾਨੂੰ ਯਹੋਸ਼ੂਆ ਅਤੇ ਕਾਲੇਬ ਦੀ ਤੁਲਨਾ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਮਹੱਤਵ ਦਿੱਤਾ ਉਹਨਾਂ 10 ਜਸੂਸਾਂ ਨਾਲ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਸਿਰਫ ਤਰਕਸ਼ੀਲ ਵਿਚਾਰ ਕੀਤਾ ਸੀ। ਸਾਨੂੰ ਇਸ ਖੁਸ਼ਖਬਰੀ ਦੇ ਰਾਹ ਤੇ ਚੱਲਦੇ ਹੋਏ ਇਸ ਤਰ੍ਹਾਂ ਦੇ ਵਿਚਾਰ ਨੂੰ ਸੁੱਟ ਦੇਣਾ ਚਾਹੀਦਾ ਹੈ ਕਿ ਜਦ ਸਾਡੇ ਕੋਲ ਜ਼ਿਆਦਾ ਹੁੰਦਾ ਹੈ ਤਦ ਅਸੀਂ ਮਜ਼ਬੂਤ ਹੁੰਦੇ ਹਾਂ ਅਤੇ ਜਦ ਸਾਡੇ ਕੋਲ ਘੱਟ ਹੁੰਦਾ ਹੈ ਤਦ ਅਸੀਂ ਕਮਜ਼ੋਰ ਹੁੰਦੇ ਹਾਂ। ਹਮੇਸ਼ਾ ਸਾਡੇ ਨਾਲ ਕੌਣ ਹੈ? ਪਰਮੇਸ਼ਵਰ ਸਾਡੇ ਨਾਲ ਹਨ। ਮਤੀ 28 ਵਿੱਚ ਉਹਨਾਂ ਨੇ ਕਿਹਾ ਕਿ ਉਹ ਕਦੋਂ ਤੱਕ ਸਾਡੇ ਨਾਲ ਰਹਿਣਗੇ?
ਮੈਂ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਰਹਾਂਗਾ। ਜੋ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਲੈਂਦੇ ਹਨ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਨ। ਇਸ ਲਈ ਜਾਓ ਅਤੇ ਸਭ ਕੌਮਾਂ ਦੇ ਲੋਕਾਂ ਨੂੰ ਚੇਲਾ ਬਣਾਓ। ਜੋ ਮੈਂ ਤੁਹਾਨੂੰ ਹੁਕਮ ਦਿੱਤੇ ਹਨ ਉਹਨਾਂ ਨੂੰ ਮੰਨਣਾ ਸਿਖਾਓ। ਅਸੀਂ ਅੰਗਰੇਜ਼ੀ ਨਹੀਂ ਬੋਲ ਸਕਦੇ। ਅਸੀਂ ਸਾਮਰੀਆ ਅਤੇ ਧਰਤੀ ਦੇ ਬੰਨੇ ਤੱਕ ਕਿਵੇਂ ਜਾ ਸਕਦੇ ਹਾਂ? ਸਾਨੂੰ ਅਰਬੀ ਨਹੀਂ ਆਉਂਦੀ। ਅਸੀਂ ਉੱਥੇ ਕਿਵੇਂ ਜਾ ਸਕਦੇ ਹਾਂ? ਮੈਨੂੰ ਸਪੈਨਿਸ਼ ਨਹੀਂ ਆਉਂਦੀ। ਮੈਂ ਸਪੈਨਿਸ਼ ਭਾਸ਼ਾ ਵਾਲੇ ਦੇਸ਼ਾਂ ਵਿੱਚ ਕਿਵੇਂ ਜਾ ਸਕਦਾ ਹਾਂ ਅਤੇ ਪ੍ਰਚਾਰ ਕਰ ਸਕਦਾ ਹਾਂ? ਅਫਰੀਕਾ ਵਿੱਚ ਕਈ ਫ੍ਰੈਂਚ ਭਾਸ਼ਾ ਵਾਲੇ ਦੇਸ਼ ਹਨ, ਪਰ ਮੈਂ ਫ੍ਰੈਂਚ ਵੀ ਨਹੀਂ ਬੋਲ ਪਾਉਂਦਾ। ਮੈਂ ਉੱਥੇ ਕਿਵੇਂ ਜਾ ਸਕਦਾ ਹਾਂ? ਕਈ ਲੋਕਾਂ ਲਈ ਤਰਕਸ਼ੀਲ ਫੈਸਲਾ ਪਹਿਲਾਂ ਆਉਂਦਾ ਹੈ। ਮਨੁੱਖ ਜਾਤੀ ਆਮ ਤੌਰ ਤੇ ਉਸ ਤਰ੍ਹਾਂ ਫੈਸਲਾ ਲੈਂਦੀ ਹੈ। ਹਾਲਾਂਕਿ ਸਾਨੂੰ ਆਪਣੇ ਫੈਸਲੇ ਵਿੱਚ ਕੀ ਜੋੜਨਾ ਚਾਹੀਦਾ ਹੈ? ਸਾਨੂੰ ਮਸੀਹ ਨੂੰ ਸਭ ਤੋਂ ਉੱਚੀ ਕੀਮਤ ਦੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ। ਇਹ ਅਸਲੀਅਤ ਹੈ, ਪਰ ਪਰਮੇਸ਼ਵਰ ਨੇ ਸਾਨੂੰ ਦੱਸਿਆ ਕਿ ਉਹਨਾਂ ਨੇ ਪਹਿਲਾਂ ਤੋਂ ਹੀ ਸਾਡੇ ਲਈ ਰਾਹ ਖੋਲ੍ਹ ਦਿੱਤਾ ਹੈ ਨਾ? ਲੋਕ ਫ੍ਰੈਂਚ ਵਿੱਚ ਸੱਚਾਈ ਦੀ ਪੁਸਤਕਾਂ ਪੜ੍ਹਨ ਤੋਂ ਬਾਅਦ ਸੱਚਾਈ ਦਾ ਅਹਿਸਾਸ ਕਰ ਸਕਦੇ ਹਨ, ਸਬਤ ਅਤੇ ਪਸਾਹ ਨੂੰ ਮਨਾ ਸਕਦੇ ਹਨ ਅਤੇ ਉਹ ਖੁਸ਼ਖਬਰੀ ਦੇ ਸੇਵਕ ਬਣ ਸਕਦੇ ਹਨ ਜੋ ਫ੍ਰੈਂਚ ਭਾਸ਼ਾ ਵਾਲੇ ਦੇਸ਼ਾਂ ਵਿੱਚ ਪ੍ਰਚਾਰ ਕਰ ਸਕਦੇ ਹਨ। ਕੀ ਇਹ ਸੰਭਵ ਨਹੀਂ ਹੈ? ਅਸੀਂ ਨਹੀਂ ਜਾਣਦੇ ਕਿ ਸਭ ਕੁਝ ਕਿਵੇਂ ਜੁੜਿਆ ਹੈ, ਪਰ ਪਰਮੇਸ਼ਵਰ ਸਭ ਕੁਝ ਜਾਣਦੇ ਹਨ ਅਤੇ ਸੰਚਾਲਿਤ ਕਰਦੇ ਹਨ। ਆਓ ਅਸੀਂ ਇੱਕ ਹੋਰ ਵਚਨ ਤੇ ਨਜ਼ਰ ਪਾਈਏ। ਨਿਆਂਇਆਂ ਅਧਿਆਇ 7 ਵਚਨ 1। ਤਦ ਯਰੁਬਾਲ ਜੋ ਗਿਦੋਨ ਹੈ ਸਾਰੇ ਲੋਕਾਂ ਸਣੇ ਜੋ ਉਹਦੇ ਨਾਲ ਸਨ ਪ੍ਰਭਾਤ ਵੇਲੇ ਉੱਠਿਆ ਅਤੇ ਹਰੋਦ ਦੇ ਸੋਤੇ ਕੋਲ ਤੰਬੂ ਲਾਏ ਅਤੇ ਮਿਦਾਨੀਆਂ ਦੀ ਛਾਉਣੀ ਉਹਨਾਂ ਦੇ ਉੱਤਰ ਵੱਲ ਮੋਰੀਆ ਪਹਾੜ ਦੇ ਕੋਲ ਧੂਣ ਵਿੱਚ ਸੀ। ਤਾਂ ਯਹੋਵਾ ਨੇ ਗਿਦੋਨ ਨੂੰ ਆਖਿਆ, ਮਿਦਾਨੀਆਂ ਨੂੰ ਤੇਰੇ ਵਸ ਵਿੱਚ ਕਰਨ ਲਈ ਲੋਕ ਤੇਰੇ ਨਾਲ ਬਹੁਤ ਵੱਧ ਹਨ। ਅਜਿਹਾ ਨਾ ਹੋਵੇ ਜੋ ਇਜ਼ਰਾਈਲੀ ਮੇਰੇ ਸਾਹਮਣੇ ਆਕੜ ਕੇ ਆਖੇ, ਭਾਈ ਮੇਰੇ ਹੀ ਹੱਥ ਨੇ ਮੈਨੂੰ ਬਚਾਇਆ। ਸੋ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਢੰਡੋਰਾ ਫੇਰ ਅਤੇ ਆਖ, ਭਾਈ ਜਿਹੜਾ ਘਬਰਾਉਂਦਾ ਹੈ ਅਤੇ ਡਰਦਾ ਹੈ ਸੋ ਮੁੜ ਜਾਏ ਅਤੇ ਗਿਲਾਦ ਪਹਾੜ ਤੋਂ ਛੇਤੀ ਵਿਦਿਆ ਹੋਵੇ। ਸੋ ਲੋਕਾਂ ਵਿੱਚੋਂ 22,000 ਮਨੁੱਖ ਮੁੜ ਗਏ ਅਤੇ 10,000 ਪਿੱਛੇ ਰਹੇ। 22,000 ਮਨੁੱਖ ਕਿਉਂ ਮੁੜ ਆਏ? ਉਹ ਡਰ ਨਾਲ ਕਿਉਂ ਕੰਬਦੇ ਸੀ? ਅਜਿਹਾ ਇਸ ਲਈ ਹੈ ਕਿਉਂਕਿ ਉਹਨਾਂ ਨੇ ਮਨੁੱਖੀ ਤਰਕ ਨੂੰ ਮਹੱਤਵ ਦਿੱਤਾ ਹੈ। ਉਹਨਾਂ ਦੇ ਕੋਲ ਸਿਰਫ 32,000 ਆਦਮੀ ਸੀ, ਜਦ ਕਿ ਉਹਨਾਂ ਦੇ ਦੁਸ਼ਮਣ 1,35,000 ਆਦਮੀ ਸੀ। ਜਦ ਉਹਨਾਂ ਨੇ ਤਰਕਸ਼ੀਲ ਸੋਚ ਨਾਲ ਹਾਲਾਤ ਦੀ ਗਿਣਤੀ ਕੀਤੀ ਤਦ ਉਹਨਾਂ ਨੇ ਦੇਖਿਆ ਕਿ ਦੁਸ਼ਮਣ ਗਿਣਤੀ ਵਿੱਚ ਜ਼ਿਆਦਾ ਸੀ ਅਤੇ ਉਹਨਾਂ ਦੇ ਕੋਲ ਓਨੇ ਹਥਿਆਰ ਨਹੀਂ ਸੀ। ਫਿਰ ਵੀ ਪਰਮੇਸ਼ਵਰ ਨੇ ਉਹਨਾਂ ਨੂੰ ਆਦਮੀਆਂ ਦੀ ਗਿਣਤੀ ਘੱਟ ਕਰਨ ਦੇ ਲਈ ਕਿਹਾ। ਤਦ ਉਹਨਾਂ ਨੇ ਖੁਦ ਤੋਂ ਸੋਚਿਆ, ਬਿਲਕੁਲ ਨਹੀਂ, ਇਹ ਅਸੰਭਵ ਹੈ। ਜੇ ਅਸੀਂ ਉਹਨਾਂ ਦੇ ਖਿਲਾਫ ਯੁੱਧ ਵਿੱਚ ਜਾਂਦੇ ਹਾਂ ਤਦ ਅਸੀਂ ਸਾਰੇ ਬੇਸਹਾਰਾ ਕੁੱਤਿਆਂ ਦੀ ਤਰ੍ਹਾਂ ਮਾਰੇ ਜਾਵਾਂਗੇ। ਇਸੇ ਕਾਰਨ 22,000 ਲੋਕ ਮੁੜ ਆਏ। ਉਹ ਅਜਿਹੇ ਲੋਕ ਸੀ ਜੋ ਉਸ ਨੂੰ ਮੁੱਲ ਦਿੰਦੇ ਸੀ ਜੋ ਤਰਕਸ਼ੀਲ ਲੱਗਦਾ ਸੀ। ਜੇ ਉਹ ਪਰਮੇਸ਼ਵਰ ਨੂੰ ਮੁੱਲ ਦਿੰਦੇ ਤਦ ਉਹਨਾਂ ਨੂੰ ਡਰ ਨਹੀਂ ਲੱਗਦਾ। ਭਾਵੇਂ ਹੀ 1,35,000 ਦੇ ਬਦਲੇ 13,50,000 ਆਦਮੀ ਹੁੰਦੇ। ਪਰਮੇਸ਼ਵਰ ਇਸ ਧਰਤੀ ਨੂੰ ਡੋਲ ਵਿੱਚ ਇੱਕ ਬੂੰਦ ਜਾਂ ਪੱਲਿਆਂ ਤੇ ਧੂੜ ਦੇ ਸਮਾਨ ਮੰਨਦੇ ਹਨ। ਜੋ ਲੋਕ ਪਰਮੇਸ਼ਵਰ ਨੂੰ ਮੁੱਲ ਦਿੰਦੇ ਹਨ ਉਹ ਤਰਕਸ਼ੀਲ ਸੋਚ ਦਾ ਪਾਲਣ ਨਹੀਂ ਕਰਦੇ। ਪਿਛਲੇ ਇਤਿਹਾਸ ਨੂੰ ਦੇਖ ਕੇ ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਕਿਸ ਨੂੰ ਮੁੱਲ ਦਈਏ, ਕਿ ਅਸੀਂ ਆਪਣੀ ਤਰਕਸ਼ੀਲ ਸੋਚ ਨੂੰ ਮੁੱਲ ਦਈਏ ਜਾਂ ਪਰਮੇਸ਼ਵਰ ਨੂੰ। ਆਓ ਆਇਤ 4 ਦੇ ਨਾਲ ਜਾਰੀ ਰਹੀਏ। ਤਦ ਯਹੋਵਾ ਨੇ ਗਿਦੋਨ ਨੂੰ ਆਖਿਆ, ਅਜੇ ਵੀ ਲੋਕ ਵਧੀਕ ਹਨ। ਉਹਨਾਂ ਦੇ ਦੁਸ਼ਮਣਾਂ ਦੀ ਗਿਣਤੀ 1,35,000 ਸੀ। ਪਰ ਪਰਮੇਸ਼ਵਰ ਨੇ ਗਿਦੋਨ ਨੂੰ ਆਖਿਆ, ਅਜੇ ਵੀ ਲੋਕ ਵਧੀਕ ਹਨ। ਜੇ ਗਿਦੋਨ ਕੋਈ ਅਜਿਹਾ ਮਨੁੱਖ ਹੁੰਦਾ ਜਿਸ ਨੇ ਪਰਮੇਸ਼ਵਰ ਨੂੰ ਮਹੱਤਵ ਨਹੀਂ ਦਿੱਤਾ ਤਦ ਉਹ ਘਾਬਰ ਜਾਂਦਾ। ਹੇ ਪਰਮੇਸ਼ਵਰ, ਤੁਸੀਂ ਇਹ ਕਿਵੇਂ ਕਹਿ ਸਕਦੇ ਹੋ? ਸਾਨੂੰ ਹੋਰ ਜ਼ਿਆਦਾ ਸੈਨਿਕਾਂ ਦੀ ਜ਼ਰੂਰਤ ਹੈ, ਪਰ ਤੁਸੀਂ ਸਾਨੂੰ ਆਦਮੀਆਂ ਦੀ ਗਿਣਤੀ ਘੱਟ ਕਰਨ ਲਈ ਕਹਿ ਰਹੇ ਹੋ। ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਕਰੀਏ? ਮੈਂ ਹੁਣ ਇਹ ਨਹੀਂ ਕਰ ਸਕਦਾ। ਪਰ ਗਿਦੋਨ ਨੇ ਉਹ ਸਭ ਕੁਝ ਕੀਤਾ ਜੋ ਪਰਮੇਸ਼ਵਰ ਨੇ ਹੁਕਮ ਦਿੱਤਾ ਸੀ। ਉਹ ਵਿਸ਼ਵਾਸ ਕਰਦਾ ਸੀ ਕਿਉਂਕਿ ਪਰਮੇਸ਼ਵਰ ਉਸ ਦੇ ਨਾਲ ਹਨ ਤਦ ਇੱਕ ਹੈਰਾਨੀਜਨਕ ਯੋਜਨਾ ਹੋਵੇਗੀ। ਪ੍ਰਕਾਸ਼ ਦੀ ਪੋਥੀ ਅਧਿਆਇ 14 ਵਿੱਚ ਜ਼ਿਕਰ ਕਰਨ ਵਾਲੇ ਸੰਤਾਂ ਦੀ ਤਰ੍ਹਾਂ ਗਿਦੋਨ ਨੇ ਸੋਚਿਆ, ਜਿੱਥੇ ਵੀ ਪਰਮੇਸ਼ਵਰ ਜਾਂਦੇ ਹਨ ਅਸੀਂ ਖੁਸ਼ੀ ਨਾਲ ਉਹਨਾਂ ਦਾ ਪਾਲਣ ਕਰਾਂਗੇ। ਆਓ ਦੇਖੀਏ ਕਿ ਗਿਦੋਨ ਨੇ ਕਿਵੇਂ
ਪਰਮੇਸ਼ਵਰ ਦੇ ਵਚਨ ਦਾ ਆਪਣੀ ਮਰਜ਼ੀ ਨਾਲ ਧੰਨਵਾਦ ਅਤੇ ਖੁਸ਼ ਮਨ ਨਾਲ ਪਾਲਣ ਕੀਤਾ। ਤਦ ਯਹੋਵਾ ਨੇ ਗਿਦੌਨ ਨੂੰ ਆਖਿਆ, ਅਜੇ ਵੀ ਲੋਕ ਵਧੀਕ ਹਨ, ਸੋ ਉਹਨਾਂ ਪਾਣੀ ਦੇ ਕੋਲ ਹੇਠਾਂ ਲਿਆ ਅਤੇ ਮੈਂ ਤੇਰੇ ਲਈ ਉੱਥੇ ਉਹਨਾਂ ਦਾ ਪਰਤਾਵਾ ਲਵਾਂਗਾ। ਅਤੇ ਅਜਿਹਾ ਹੋਵੇਗਾ ਕਿ ਜਿਹਦੇ ਲਈ ਮੈਂ ਤੈਨੂੰ ਆਖਾਂ ਭਈ ਇਹ ਤੇਰੇ ਨਾਲ ਜਾਵੇ, ਅਤੇ ਉਹ ਸਭੇ ਜਿਨ੍ਹਾਂ ਦੇ ਲਈ ਮੈਂ ਆਖਾਂ ਭਾਈ ਇਹ ਤੇਰੇ ਨਾਲ ਨਾ ਜਾਣ, ਸੋ ਤੇਰੇ ਨਾਲ ਨਾ ਜਾਣ। ਸੋ ਉਹ ਲੋਕਾਂ ਨੂੰ ਹੇਠਾਂ ਪਾਣੀ ਕੋਲ ਲੈ ਆਇਆ। ਅਤੇ ਯਹੋਵਾ ਨੇ ਗਿਦੌਨ ਨੂੰ ਆਖਿਆ, ਜਿਹੜਾ ਮਨੁੱਖ ਕੁੱਤੇ ਵਾਂਗ ਲੱਕ ਲੱਕ ਕਰਕੇ ਪਾਣੀ ਪੀਵੇ, ਤਾਂ ਅਜਿਹਾ ਤੂੰ ਵੱਖਰਾ ਰੱਖ, ਅਰ ਤੇਹਾ ਹੀ ਜੋ ਆਪਣੇ ਗੋਡੇ ਨਿਵਾ ਕੇ ਪਾਣੀ ਪੀਵੇ। ਸੋ ਉਹ ਜਿਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਲੱਕ ਲੱਕ ਕਰਕੇ ਪਾਣੀ ਪੀਤਾ, ਉਹ ਗਿਣਤੀ ਵਿੱਚ 300 ਮਨੁੱਖ ਸਨ, ਪਰ ਰਹਿੰਦੇ ਸਭਨਾਂ ਲੋਕਾਂ ਨੇ ਪਾਣੀ ਪੀਣ ਲਈ ਗੋਡੇ ਨਿਵਾਏ। ਜਿਵੇਂ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਇਹ ਇਸ ਮਾਮਲੇ ਦਾ ਸਿੱਟਾ ਸੀ। ਅੰਤ ਵਿੱਚ ਸਿਰਫ 300 ਆਦਮੀ ਹੀ ਰਹਿ ਗਏ ਅਤੇ ਬਾਕੀਆਂ ਨੂੰ ਵਾਪਸ ਭੇਜ ਦਿੱਤਾ ਗਿਆ। ਉਹਨਾਂ 300 ਆਦਮੀਆਂ ਦੇ ਨਾਲ ਪਰਮੇਸ਼ਵਰ ਨੇ ਕੁਝ ਅਜਿਹਾ ਕੀਤਾ ਜਿਸ ਦੀ ਗਿਦੌਨ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਬਾਕੀ 300 ਲੋਕਾਂ ਦੇ ਨਾਲ ਪਰਮੇਸ਼ਵਰ ਨੇ ਇੱਕ ਅਕਲਪਨਾ ਯੋਗ ਕੰਮ ਕੀਤਾ। ਭਾਵੇਂ ਹੀ ਉਹਨਾਂ ਦੇ ਕੋਲ ਸਿਰਫ 300 ਆਦਮੀ ਸੀ, ਪਰ ਕੋਈ ਦੁਰਘਟਨਾ ਨਾ ਵਾਪਰੀ। ਜਦ ਉਹਨਾਂ ਨੇ ਪਰਮੇਸ਼ਵਰ ਦੀ ਅਗਵਾਈ ਦਾ ਪਾਲਣ ਕੀਤਾ, ਮਿਦਾਨੀਆਂ ਨੇ ਇੱਕ ਦੂਸਰੇ ਦੇ ਨਾਲ ਕੀ ਕੀਤਾ? ਮਿਦਾਨੀਆਂ ਨੇ ਆਪਣੇ ਸਾਥੀ ਨੂੰ ਦੁਸ਼ਮਣ ਦੇ ਰੂਪ ਵਿੱਚ ਗਲਤ ਸਮਝਿਆ, ਇੱਕ ਦੂਸਰੇ ਨੂੰ ਤਲਵਾਰਾਂ ਨਾਲ ਮਾਰ ਦਿੱਤਾ। ਉਸ ਰਾਤ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ। ਇਹ ਸੱਚਮੁੱਚ ਹੈਰਾਨੀਜਨਕ ਹੈ ਕਿ ਪਰਮੇਸ਼ਵਰ ਨੇ ਆਪਣੀ ਯੋਜਨਾ ਨੂੰ ਕਿਵੇਂ ਅੰਜਾਮ ਦਿੱਤਾ। ਕਿ ਪਰਮੇਸ਼ਵਰ ਦਾ ਇਹ ਕੰਮ ਸਿਰਫ ਗਿਦੌਨ ਦੇ ਸਮੇਂ ਵਿੱਚ ਹੁੰਦਾ ਹੈ ਅਤੇ ਸਾਡੇ ਵਰਤਮਾਨ ਸਮੇਂ ਵਿੱਚ ਨਹੀਂ ਹੁੰਦਾ। ਪਰਮੇਸ਼ਵਰ ਜਿਨ੍ਹਾਂ ਨੇ ਗਿਦੌਨ ਦੇ ਸਮੇਂ ਵਿੱਚ ਕੰਮ ਪੂਰਾ ਕੀਤਾ, ਅਜੇ ਵੀ ਇਸ ਯੁੱਗ ਵਿੱਚ ਖੁਸ਼ਖਬਰੀ ਦੀ ਅਗਵਾਈ ਕਰ ਰਹੇ ਹਨ। ਮੈਂ ਨਹੀਂ ਕਹਿ ਰਿਹਾ ਕਿ ਤਰਕਸ਼ੀਲ ਹੋਣਾ ਇੱਕ ਬੁਰੀ ਗੱਲ ਹੈ, ਪਰ ਜਦ ਸਾਡੀ ਤਰਕਸ਼ੀਲ ਸੋਚ ਦਾ ਮੁੱਲ ਮਸੀਹ ਦੇ ਪਿੱਛੇ ਚੱਲਣ ਦੇ ਮੁੱਲ ਤੋਂ ਪਹਿਲਾਂ ਆਉਂਦਾ ਹੈ, ਤਦ ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਮੁਸ਼ਕਲਾਂ ਹਮੇਸ਼ਾ ਪੈਦਾ ਹੋਣਗੀਆਂ। ਇਸ ਲਈ ਭਾਵੇਂ ਸਾਡੇ ਪਿਤਾ ਅਤੇ ਮਾਤਾ ਜੀ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਸਿੱਖਿਆ ਹੁੰਦੀ ਹੈ, ਸਾਨੂੰ ਹਮੇਸ਼ਾ ਸਮੇਂ ਅਤੇ ਜਗ੍ਹਾ ਦੀ ਪਰਵਾਹ ਕੀਤੇ ਬਿਨਾਂ ਤਰਕਸ਼ੀਲ ਸੋਚ ਦੇ ਮੁੱਲ ਤੋਂ ਜ਼ਿਆਦਾ ਮਸੀਹ ਦੇ ਵਚਨਾਂ ਨੂੰ ਮੁੱਲ ਦੇਣਾ ਚਾਹੀਦਾ ਹੈ ਅਤੇ ਉਸ ਦਾ ਪਾਲਣ ਕਰਨਾ ਚਾਹੀਦਾ ਹੈ। ਤਦ ਹੀ ਅਸੀਂ ਆਗਿਆਕਾਰੀਤਾ ਦਾ ਅਭਿਆਸ ਕਰ ਸਕਦੇ ਹਾਂ ਅਤੇ ਸਵਰਗ ਦੇ ਸਦੀਪਕ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਾਂ। ਇਸਹਾਕ ਕਿੰਨਾ ਕੀਮਤੀ ਰਿਹਾ ਹੋਵੇਗਾ, ਜੋ ਅਬਰਾਹਮ ਤੋਂ 100 ਸਾਲ ਦੀ ਉਮਰ ਵਿੱਚ ਪੈਦਾ ਹੋਇਆ, ਪਰ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ ਕਿ ਉਹ ਇਸਹਾਕ ਆਪਣੇ ਇਕਲੌਤੇ ਪੁੱਤਰ ਦਾ ਬਲੀਦਾਨ ਕਰੇ। ਜੇ ਅਬਰਾਹਮ ਤਰਕਸ਼ੀਲ ਸੋਚ ਨੂੰ ਮਹੱਤਵ ਦਿੰਦਾ, ਤਦ ਉਹ ਕਹਿੰਦਾ ਹੈ, ਪਰਮੇਸ਼ਵਰ, ਜਦ ਮੈਂ 100 ਸਾਲ ਦਾ ਸੀ ਤਦ ਤੁਸੀਂ ਮੈਨੂੰ ਪੁੱਤਰ ਦਿੱਤਾ ਅਤੇ ਹੁਣ ਤੁਸੀਂ ਉਸ ਨੂੰ ਬਲੀਦਾਨ ਕਰਨ ਲਈ ਕਹਿ ਰਹੇ ਹੋ। ਕਿ ਇਹ ਬਹੁਤ ਕਠੋਰ ਨਹੀਂ ਹੈ? ਤੁਸੀਂ ਖੁਦ ਸਾਡੇ ਪਿਤਾ ਹੋ, ਤਦ ਤੁਸੀਂ ਇੱਕ ਪਿਤਾ ਦੇ ਦਿਲ ਨੂੰ ਕਿਉਂ ਨਹੀਂ ਸਮਝਦੇ? ਇਸ ਤਰ੍ਹਾਂ ਉਸਨੇ ਪਰਮੇਸ਼ਵਰ ਨੂੰ ਸ਼ਿਕਾਇਤ ਕੀਤੀ ਹੋਵੇਗੀ। ਪਰ ਅਬਰਾਹਮ, ਨੂਹ ਅਤੇ ਮੂਸਾ ਕਿੱਥੇ ਮਹੱਤਵ ਦਿੰਦੇ ਸੀ? ਉਹ ਸਾਰੇ ਜੋ ਵਿਸ਼ਵਾਸੀ ਜਾਣੇ ਜਾਂਦੇ ਸੀ, ਪਰਮੇਸ਼ਵਰ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੰਦੇ ਸੀ। ਜਦ ਵੀ ਤੁਹਾਡੇ ਵਿਚਕਾਰ ਤੁਹਾਨੂੰ ਉਸ ਤਰ੍ਹਾਂ ਜਾਣ ਲਈ ਕਹਿੰਦੇ ਹਨ, ਜੇਕਰ ਪਰਮੇਸ਼ਵਰ ਕਹਿੰਦੇ ਹਨ ਇਸ ਤਰ੍ਹਾਂ ਜਾਓ, ਇਹੀ ਸਹੀ ਤਰੀਕਾ ਹੈ। ਇਸ ਲਈ ਅਬਰਾਹਮ ਆਪਣੀ ਪਤਨੀ ਨਾਲ ਸਲਾਹ ਕੀਤੇ ਬਿਨਾਂ ਇਸਹਾਕ ਨੂੰ ਮੋਰੀਆ ਪਹਾੜ ਉੱਤੇ ਲੈ ਗਿਆ। ਉਸਨੇ ਹੋਮ ਬਲੀ ਦੀ ਲੱਕੜ ਇਸਹਾਕ ਦੀ ਪਿੱਠ ਉੱਤੇ ਰੱਖੀ। ਉਹਨਾਂ ਦੇ ਰਾਹ ਵਿੱਚ ਇਸਹਾਕ ਨੇ ਅਬਰਾਮ ਨੂੰ ਪੁੱਛਿਆ, ਪਿਤਾ ਜੀ, ਅਸੀਂ ਆਮ ਤੌਰ ਤੇ ਪਰਮੇਸ਼ਵਰ ਨੂੰ ਬਲੀਦਾਨ ਚੜਾਉਣ ਲਈ ਇੱਕ ਭੇਡ ਲਿਆਉਂਦੇ ਹਾਂ, ਪਰ ਹੋਮ ਬਲੀ ਲਈ ਭੇਡ ਕਿੱਥੇ ਹੈ? ਅਬਰਾਹਮ ਦਾ ਉੱਤਰ ਕੀ ਸੀ? ਅਬਰਾਹਮ ਇਹ ਨਹੀਂ ਕਹਿ ਸਕਦਾ ਸੀ, ਤੁਸੀਂ ਹੀ ਬਲੀਦਾਨ ਦੀ ਭੇਂਟ ਹੋ। ਇਸ ਦੇ ਬਦਲੇ ਉਸਨੇ ਉੱਤਰ ਦਿੱਤਾ, ਪਰਮੇਸ਼ਵਰ ਖੁਦ ਇਸ ਨੂੰ ਪ੍ਰਦਾਨ ਕਰਨਗੇ। ਉਸਨੇ ਉੱਥੇ ਇੱਕ ਵੇਦੀ ਬਣਾਈ ਅਤੇ ਉਸ ਤੇ ਲੱਕੜੀ ਰੱਖੀ। ਤਦ ਉਸਨੇ ਆਪਣੇ ਪੁੱਤਰ ਇਸਹਾਕ ਨੂੰ ਕੱਸ ਕੇ ਬੰਨ੍ਹ ਦਿੱਤਾ ਅਤੇ ਉਸ ਨੂੰ ਵੇਦੀ ਉੱਤੇ ਪਾ ਦਿੱਤਾ। ਜਦ ਅਬਰਾਹਮ ਨੇ ਆਪਣੇ ਪੁੱਤਰ ਨੂੰ ਮਾਰਨ ਲਈ ਛੁਰੀ ਨੂੰ ਲਿਆ, ਉਸਨੇ ਸਵਰਗ ਤੋਂ ਪਰਮੇਸ਼ਵਰ ਦੀ ਆਵਾਜ਼ ਸੁਣੀ, ਹੇ ਅਬਰਾਹਮ, ਹੇ ਅਬਰਾਹਮ। ਉਸਨੇ ਕਿਹਾ, ਮੈਂ ਇੱਥੇ ਹਾਂ। ਪਰਮੇਸ਼ਵਰ ਨੇ ਕਿਹਾ, ਹੁਣ ਮੈਨੂੰ ਪਤਾ ਹੈ ਕਿ ਤੂੰ ਤਰਕਸ਼ੀਲ ਸੋਚ ਦੇ ਮੁੱਲ ਨਾਲੋਂ ਜ਼ਿਆਦਾ ਮਹੱਤਵ ਮੈਨੂੰ ਦਿੰਦਾ ਹੈ, ਕਿਉਂਕਿ ਤੂੰ 100 ਸਾਲ ਦੀ ਉਮਰ ਵਿੱਚ ਜੰਮੇ ਆਪਣੇ ਇਕਲੌਤੇ ਪੁੱਤਰ ਨੂੰ ਵੀ ਨਹੀਂ ਰੱਖ ਛੱਡਿਆ। ਤਦ ਅਜਿਹਾ ਕੁਝ ਨਹੀਂ ਹੋਵੇਗਾ ਕਿ ਜੋ ਵੀ ਤੂੰ ਮੇਰੇ ਤੋਂ ਮੰਗੇ ਅਤੇ ਮੈਂ ਦੇਣ ਲਈ ਮਨਾ ਕਰਾਂਗਾ। ਜੋ ਲੋਕ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਕਰਦੇ ਅਤੇ ਜੋ ਸਵਰਗੀ ਕਨਾਨ ਵਿੱਚ ਪ੍ਰਵੇਸ਼ ਨਹੀਂ ਕਰਦੇ, ਉਹ ਅਜਿਹੇ ਹਨ ਜੋ ਸਿਰਫ ਉਸੇ ਮੁੱਲ ਦਾ ਪਿੱਛਾ ਕਰਦੇ ਹਨ ਜੋ ਮਨੁੱਖੀ ਤੌਰ ਤੇ ਜਾਇਜ਼ ਹੈ।
ਪਰ ਅਬਰਾਹਮ ਨੇ ਉਸ ਗੱਲ ਦਾ ਪਿੱਛਾ ਕੀਤਾ ਜੋ ਤਰਕਸ਼ੀਲ ਸੋਚ ਤੋਂ ਪਰੇ ਹੈ, ਕਿਉਂਕਿ ਅਬਰਾਹਮ ਨੇ ਪਰਮੇਸ਼ਵਰ ਦੇ ਵਚਨ ਨੂੰ ਮਹੱਤਵ ਦਿੱਤਾ ਸੀ ਜੋ ਤਰਕਸ਼ੀਲ ਸੋਚ ਤੋਂ ਬਹੁਤ ਪਰੇ ਸੀ। ਤਦ ਉਸਨੇ ਮਹਾਨ ਆਸ਼ੀਸ਼ ਪ੍ਰਾਪਤ ਕੀਤੀ ਅਤੇ ਉਸ ਦਾ ਪੁੱਤਰ ਇਸਹਾਕ ਜਿਉਂਦਾ ਰਿਹਾ। ਇਸ ਤਰ੍ਹਾਂ ਸਭ ਕੁਝ ਇੱਕ ਵਧੀਆ ਅੰਤ ਦੇ ਨਾਲ ਖਤਮ ਹੋਇਆ ਹੈ ਨਾ। ਤਦ ਇਸ ਯੁੱਗ ਵਿੱਚ ਸਹੀ ਢੰਗ ਨਾਲ ਖੁਸ਼ਖਬਰੀ ਦੇ ਰਾਹ ਤੇ ਚੱਲਣ ਲਈ ਸਾਨੂੰ ਸਭ ਤੋਂ ਜ਼ਿਆਦਾ ਕਿਸ ਨੂੰ ਮੁੱਲ ਦੇਣਾ ਚਾਹੀਦਾ ਹੈ? ਸਾਨੂੰ ਇਸ ਮਾਮਲੇ ਤੇ ਗੌਰ ਕਰਨੀ ਚਾਹੀਦੀ ਹੈ। ਜਿਵੇਂ ਕਿ ਅਸੀਂ ਇਸ ਵਿਸ਼ੇ ਤੇ ਹਾਂ, ਮੈਨੂੰ ਕੈਥੋਲਿਕ ਚਰਚ ਦੇ ਇਤਿਹਾਸ ਦੀ ਪੁਸਤਕ ਵਿੱਚ ਪੰਨਾ 496 ਤੇ ਪ੍ਰਕਾਸ਼ਿਤ 10 ਹੁਕਮਾਂ ਦੀ ਯਾਦ ਆਈ। ਤੁਸੀਂ 10 ਹੁਕਮਾਂ ਨੂੰ ਦੋ ਵੱਖਰੇ ਵੱਖਰੇ ਵਰਗੀਕਰਨ ਮਤਲਬ ਸੈਂਟ ਅਗਸਟਿਨ ਦਾ ਵਰਗੀਕਰਨ ਅਤੇ ਫਿਲੋ ਦਾ ਵਰਗੀਕਰਨ ਪਾ ਸਕਦੇ ਹੋ। ਫਿਲੋ ਦੇ ਵਰਗੀਕਰਨ ਵਿੱਚ ਤੁਸੀਂ 10 ਹੁਕਮਾਂ ਦਾ ਬਿਲਕੁਲ ਸਹੀ ਸ਼ਬਦ ਪਾ ਸਕਦੇ ਹੋ ਜਿਵੇਂ ਕਿ ਬਾਈਬਲ ਵਿੱਚ ਲਿਖਿਆ ਗਿਆ ਹੈ, ਪਰ ਕੈਥੋਲਿਕ ਚਰਚ ਦੇ ਸੈਂਟ ਅਗਸਟਿਨ ਦੇ ਵਰਗੀਕਰਨ ਵਿੱਚ ਚੌਥਾ ਹੁਕਮ ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ਨੂੰ ਪ੍ਰਭੂ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ਵਿੱਚ ਬਦਲ ਦਿੱਤਾ ਗਿਆ ਅਤੇ ਤੀਸਰਾ ਹੁਕਮ ਬਣ ਗਿਆ। ਅਤੇ ਪਰਿਵਰਤਨ ਲਈ ਸਪਸ਼ਟੀਕਰਨ ਕੀ ਸੀ? ਇਸ ਵਿੱਚ ਕਿਹਾ ਗਿਆ ਹੈ ਕਿ ਸੈਂਟ ਅਗਸਟਿਨ ਦਾ ਵਰਗੀਕਰਨ ਫਿਲੋ ਦੇ ਵਰਗੀਕਰਨ ਤੋਂ, ਜਿਸ ਵਿੱਚ ਬਾਈਬਲ ਦੇ ਚੌਥੇ ਹੁਕਮ ਦਾ ਜ਼ਿਕਰ ਕੀਤਾ ਗਿਆ ਹੈ, ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ, ਬਹੁਤ ਵਧੀਆ ਅਤੇ ਤਰਕਸ਼ੀਲ ਹੈ। ਉਹਨਾਂ ਨੇ ਇਸ ਵਿਚਾਰ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਹੋਰ ਵਧੀਆ ਹੈ। ਇਸ ਲਈ ਸਾਨੂੰ ਸ਼ਨੀਵਾਰ ਸਬਤ ਦੇ ਦਿਨ ਨੂੰ ਪਰਮੇਸ਼ਵਰ ਦੀ ਆਰਾਧਨਾ ਕਰਨ ਦੇ ਬਦਲੇ ਐਤਵਾਰ ਨੂੰ ਪਰਮੇਸ਼ਵਰ ਦੀ ਆਰਾਧਨਾ ਕਰਨੀ ਚਾਹੀਦੀ ਹੈ। ਉਹ ਪਰਮੇਸ਼ਵਰ ਦੇ ਵਚਨ ਨੂੰ ਬਿਲਕੁਲ ਵੀ ਕੀਮਤੀ ਅਤੇ ਮਹੱਤਵਪੂਰਨ ਨਹੀਂ ਮੰਨਦੇ। ਸਾਰੇ ਲੋਕੋ, ਜੇ ਅਸੀਂ ਮਸੀਹ ਨੂੰ ਮੁੱਲ ਦਿੰਦੇ ਹਾਂ ਤਦ ਅਸੀਂ ਪਰਮੇਸ਼ਵਰ ਦੀ ਪਿਆਰੀ ਸੰਤਾਨ ਦੇ ਰੂਪ ਵਿੱਚ ਸਵਰਗ ਜਾਵਾਂਗੇ। ਇਸ ਦੇ ਇਲਾਵਾ ਅਸੀਂ ਸ਼ਾਹੀ ਯਾਜਕ ਦੇ ਰੂਪ ਵਿੱਚ ਰਾਜ ਕਰਾਂਗੇ ਅਤੇ ਸਵਰਗ ਦੇ ਰਾਜ ਨੂੰ ਵਿਰਾਸਤ ਵਿੱਚ ਪ੍ਰਾਪਤ ਕਰਾਂਗੇ। ਮੈਂ ਇਮਾਨਦਾਰੀ ਨਾਲ ਆਸ ਕਰਦਾ ਹਾਂ ਕਿ ਅਸੀਂ ਇਸ ਸਾਲ ਆਪਣੇ ਆਪ ਨੂੰ ਪੁੱਛਦੇ ਹੋਏ ਕਿ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਕੀ ਕੀਮਤੀ ਮੰਨਣਾ ਚਾਹੀਦਾ ਹੈ, ਵਿਸ਼ਵਾਸ ਦੇ ਤੇਲ ਨੂੰ ਬਹੁਤ ਜ਼ਿਆਦਾ ਤਿਆਰ ਕਰਨ ਦੇ ਯੋਗ ਹੋਵਾਂਗੇ। ਹਰ ਕਿਸੇ ਨੂੰ ਮਸੀਹ ਨੂੰ ਸਾਡੇ ਜੀਵਨ ਦੇ ਬਾਕੀ ਹਿੱਸਿਆਂ ਲਈ ਸਾਡੇ ਤਰਕਸ਼ੀਲ ਵਿਚਾਰਾਂ ਤੋਂ ਵੱਧ ਕੀਮਤੀ ਮੰਨਣ ਲਈ ਕਹਿੰਦੇ ਹੋਏ ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।